ਵਾਹਿਗੁਰੂ ਜੀ ਕੀ ਫਤਿਹ। ਆਪਣਾ ਸਵਾਲ ਦੱਸੋ ਜੀ, ਤੁਹਾਡਾ ਸਵਾਲ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਜੀ ਮੇਰੇ ਇੱਕ ਦੋ ਸਵਾਲ ਆ ਜੀ। ਇੱਕ ਤਾਂ ਡਾਕਟਰ ਸਾਹਿਬ ਨੇ ਚਲੋ ਕਲੀਅਰ ਹੀ ਕਰਤਾ ਵੀ ਆਪਾਂ ਪੈਲੀ ਨਹੀਂ ਵਾਹੁਣੀ। ਅਸਲ 'ਚ ਨਾ ਅਸੀਂ ਉਹ ਪੈਲੀ ਹੁਣ ਵਾਹ ਚੁੱਕੇ ਆ ਤੂੜੀ ਬਣਾਉਣ ਤੋਂ ਬਾਅਦ। ਉਹਦਾ ਸਾਡਾ ਇਹ ਮਕਸਦ ਸੀਗਾ ਵੀ ਅਸੀਂ ਹੁਣ ਵਾਹ ਕੇ ਉਹਨੂੰ ਜਦੋਂ ਸਾਨੂੰ ਪਾਣੀ ਉਪਲਬਧ ਹੋ ਗਿਆ ਨਹਿਰੀ ਪਾਣੀ, ਵੀ ਉਹਦੇ ਨਾਲ ਅਸੀਂ ਰੌਣੀ ਕਰ ਦਾਂਗੇ। ਇੱਕ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਚਲੋ ਆਪਾਂ ਜੇ ਉਹਦੀ ਰੌਣੀ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਵੀ ਇਹਨਾਂ ਵਾਲੇ ਮੈਥਡ ਦੇ ਨਾਲ ਆਪਾਂ ਬੀਜ ਸਕਦੇ ਆ। ਇੱਕ ਮੇਰਾ ਇਹ ਸੀ ਵੀ ਅਸੀਂ ਆਮ ਜਦੋਂ ਗੱਲ ਕਰਦੇ ਆ ਨਾ, ਜਿਹੜੇ ਵੀ ਬੰਦੇ ਬਿਜਾਈ ਕਰਦੇ ਆ ਵੀ ਆਪਾਂ ਬਿਨਾਂ ਵਾਹੇ ਤੋਂ ਇੰਨੇ ਵਾਰੀ ਸੁਹਾਗਾ ਮਾਰ ਕੇ ਕਰਨੀ ਆ, ਹਜੇ ਕੋਈ ਵੀ ਨਹੀਂ ਮੰਨਦਾ। ਅਸੀਂ ਪਿਛਲੇ ਸਾਲ ਵੀ ਕਰੀ ਸੀ 5 ਏਕੜ ਤੇ ਹੁਣ ਇਹਨਾਂ ਵਾਲੇ ਮੈਥਡ ਨਾਲ ਵੀ ਜ਼ਰੂਰ 1 ਏਕੜ ਐਕਟੀ ਕਰਾਂਗੇ। ਬਾਕੀ ਹੋਰ ਸਵਾਲ ਆ, ਚਲੋ ਪਹਿਲਾਂ ਡਾਕਟਰ ਸਾਹਿਬ ਇਹਦਾ ਜਵਾਬ ਦੇ ਦਿੰਦੇ। ਡਾਕਟਰ ਸਾਹਿਬ ਇਹ ਦੱਸਿਆ ਜੇ ਕਿ ਇਹ ਕਹਿੰਦੇ ਇਹ ਕਹਿ ਰਹੇ ਨੇ ਕਿ ਅਸੀਂ ਜ਼ਮੀਨ ਨੂੰ ਵਾਹ ਚੁੱਕੀ ਹੈ, ਤਾਂ ਹੁਣ ਉਹਦਾ ਕਿਉਂਕਿ ਤੁਸੀਂ ਇਹ ਗੱਲ ਕਹੀ ਹੈ ਕਿ ਜ਼ਮੀਨ ਨੂੰ ਹਵਾ ਮੁਕਤ ਰੱਖਣਾ ਹੈ, ਤੇ ਉਹਨੂੰ ਹਵਾ ਮੁਕਤ ਕਰਨ ਵਾਸਤੇ ਉਹਨਾਂ ਨੂੰ ਕੀ ਕਰਨਾ ਪੈ ਸਕਦਾ, ਕੀ ਹੋ ਸਕਦਾ ਜਾਂ ਨਹੀਂ ਹੋ ਸਕਦਾ? ਅਵਤਾਰ ਸਿੰਘ ਜੀ ਚਲੇ ਤਾਂ ਨਹੀਂ ਗਏ ਵਿੱਚ, ਮੈਨੂੰ ਲੱਗਦਾ। ਇੱਕ ਮਿੰਟ, ਅਨਮਿਊਟ। ਹਾਂਜੀ ਹਾਂਜੀ ਅਵਤਾਰ ਸਿੰਘ ਜੀ, ਹੁਣ ਆਵਾਜ਼ ਆਉਂਦੀ ਤੁਹਾਡੀ, ਅਨਮਿਊਟ ਹੋ ਗਈ ਤੁਸੀਂ। ਹਾਂਜੀ। ਅੱਛਾ, ਇਸ ਤਰ੍ਹਾਂ ਕਰਨਾ ਜੀ। ਹਾਂਜੀ 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 ਆਵਾਜ਼ ਆ ਰਹੀ ਹੈ ਤੁਹਾਡੀ ਜੀ। ਅੱਛਾ ਠੀਕ ਹੈ ਜੀ। ਆਪਾਂ ਨੂੰ ਹਰਪਿੰਦਰ ਜੀ ਇਹ ਬਹੁਤ ਜ਼ਰੂਰੀ ਆ ਕਿ ਜਿਹੜੀ ਸਾਡੀ ਕਾਸਟ ਆਫ ਪ੍ਰੋਡਕਸ਼ਨ ਆ ਉਹ ਘਟੇ। ਜਿਹੜਾ ਮੈਂ ਨਾ ਪਾਉਣ ਦੀ ਗੱਲ ਕੀਤੀ ਆ, ਆਪਾਂ ਨੂੰ ਵਹਾਈ ਦੀ ਕੋਈ ਜ਼ਰੂਰਤ ਨਹੀਂ ਹੈਗੀ। ਉਹ ਸਿਰਫ ਕਾਸਟ ਆਫ ਪ੍ਰੋਡਕਸ਼ਨ ਤੇ ਆਪਾਂ ਫਜ਼ੂਲ ਦਾ ਖਰਚਾ ਡੀਜ਼ਲ ਦਾ ਕਿਉਂ ਕਰਨਾ। ਕਾਸਟ ਆਫ ਪ੍ਰੋਡਕਸ਼ਨ ਬਣਾਉਣ ਦੀ ਗੱਲ ਹੈ। ਜੇ ਖੇਤ ਵਾਲਾ ਤਾਂ ਕੋਈ ਗੱਲ ਨਹੀਂ ਹੈਗੀ, ਆਪਾਂ ਰੌਣੀ ਕਰੀਏ। ਰੌਣੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਸਵਾਗੇ ਮਾਰ ਲਈਏ। ਪਹਿਲਾਂ ਸਵਾਗਾ ਲਾ ਲਓ, ਮੁੜ ਕੇ ਰੌਣੀ ਕਰ ਲਓ। ਰੌਣੀ ਕਰਨ ਤੋਂ ਬਾਅਦ ਤੇ ਸਵਾਗੇ ਮਾਰੀਏ। ਜਿਸ ਤਰ੍ਹਾਂ ਤੁਸੀਂ ਉਸ ਤਰ੍ਹਾਂ ਡਿਟੇਲ ਕੀਤਾ, ਸੰਖੇਪ ਰੂਪ ਦੱਸਿਆ, ਉਸੇ ਢੰਗ ਨਾਲ ਸਾਰਾ ਕੁਛ ਕਰ ਲਓ ਤਾਂ ਬੜਾ ਵਧੀਆ ਹੋ ਸਕਦਾ। ਠੀਕ ਹੈ ਸੁਖਪਾਲ ਸਿੰਘ ਜੀ, ਕੋਈ ਪ੍ਰੋਬਲਮ ਨਹੀਂ। ਤੁਸੀਂ ਯਾਨੀ ਇਹ ਇੱਕ ਬੜਾ ਵੱਡਾ ਪੱਖ ਹੈ ਕਿ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਘਟਾਉਣ ਵਾਸਤੇ ਇਹ ਗੱਲ ਕਹੀ ਗਈ ਹੈ ਕਿ ਖੇਤ ਨੂੰ ਵਾਹੁਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਸੀਂ ਉਹਦੀ ਵਹਾਈ ਕਰ ਵੀ ਲਈ ਤੇ ਉਹਦੇ ਤੇ ਸੁਹਾਗਾ ਮਾਰ ਕੇ ਇੱਕ ਵਾਰ ਉਹ ਰੌਣੀ ਕਰਕੇ, ਕਿਉਂਕਿ ਸੁਹਾਗਾ ਮਾਰਨ ਨਾਲ ਠੀਕ ਹੋ ਜੂ, ਇੱਕ ਵਾਰ ਰੌਣੀ ਕਰਕੇ ਤੇ ਦੁਬਾਰਾ ਫੇਰ ਜਿਹੜਾ ਹੈਗਾ ਸੁਹਾਗਾ ਮਾਰ ਕੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਉਹ ਬਿਜਾਈ ਕੀਤੀ ਜਾ ਸਕਦੀ ਹੈ ਜੀ। ਅਗਲਾ ਸਵਾਲ ਲਿਓ ਜੀ। ਸੁਖਪਾਲ ਸਿੰਘ ਜੀ, ਤੁਹਾਡੀ ਤਾਂ ਬਸ ਠੀਕ ਹੈ ਗੱਲ? ਨਹੀਂ, ਮੇਰਾ ਇੱਕ ਦੋ ਸਵਾਲ ਹੋਰ ਸੀ। ਹਾਂ ਕਰ ਲਓ, ਇਕੱਠੇ ਹੀ ਕਰ ਦਿਓ ਸੀ ਇੱਕੇ ਵਾਰੀ। ਹਾਂਜੀ ਹਾਂਜੀ। ਇੱਕ ਤਾਂ ਮੇਰਾ ਇਹ ਸਵਾਲ ਹੈ ਜੀ ਕੁਦਰਤੀ ਖੇਤੀ ਬਾਰੇ। ਜਿਹੜਾ ਹੁਣ ਅੱਡੋ ਅੱਡ ਤਰ੍ਹਾਂ ਦੇ ਸਾਰੇ ਦੱਸਦੇ ਆ ਵੀ ਇਸ ਤਰੀਕੇ ਨਾਲ ਕਰੋ ਜਾਂ ਇਸ ਤਰ੍ਹਾਂ ਕਰੋ। ਜਿਵੇਂ ਹੁਣ ਆਪਾਂ ਡੀਕੰਪੋਜ਼ਰ ਕਹਿੰਦੇ ਆ, ਜਾਂ ਤਾਰਾ ਚੰਦ ਜੀ ਐਸੀ ਸੁਲਤਾਨਪੁਰ ਲੋਧੀ, ਉਹ ਕਹਿੰਦੇ ਸੀ ਆਪਾਂ ਗੋ ਕਿਰਪਾ ਅੰਮ੍ਰਿਤ ਕੋਈ ਉਹਨਾਂ ਨੇ ਬਣਾਇਆ ਵੀ ਉਹ ਪਾਉਣਾ ਹੈਗਾ। ਆਪਾਂ ਸਾਨੂੰ ਅਸਲ 'ਚ ਇਹ ਨਹੀਂ ਪਤਾ ਲੱਗਦਾ ਵੀ ਆਪਾਂ ਕਿਹੜੇ ਮੈਥਡ ਨਾਲ ਸ਼ੁਰੂ ਕਰੀਏ, ਕੁਛ ਪਾਉਣਾ ਜਾਂ ਨਹੀਂ ਪਾਉਣਾ। ਇੱਕ ਹੁਣ ਬੈਕਟੀਰੀਆ ਬਹੁਤ ਤਰ੍ਹਾਂ ਦੇ ਆਪਣੇ ਮਾਰਕੀਟ 'ਚੋਂ ਮਿਲ ਰਹੇ ਆ, 200 ਨੂੰ 400 ਨੂੰ। ਕੀ ਆਪਾਂ ਨੂੰ ਕੋਈ ਬੈਕਟੀਰੀਆ ਉਹਨਾਂ 'ਚ ਪਾਉਣ ਦੀ ਲੋੜ ਆ ਜਾਂ ਕੁਦਰਤ ਵੱਲੋਂ ਇਹ ਵਿੱਚ ਆਪਣੇ ਮੌਜੂਦ ਆ? ਇੱਕ ਤੀਸਰਾ ਸਵਾਲ ਮੇਰਾ ਹੈ ਕਿ ਆਪਾਂ ਨੂੰ ਗਰਮੀ ਦੇ ਵਿੱਚ ਪੈਲੀ ਵਾਹ ਕੇ ਰੱਖਣੀ ਚਾਹੀਦੀ ਹੈ ਜਾਂ ਨਹੀਂ? ਬਸ ਇਹ ਮੇਰੇ ਸਵਾਲ ਹੈ ਜੀ। ਮਿਹਰਬਾਨੀ। ਹਾਂਜੀ ਅਵਤਾਰ ਸਿੰਘ ਜੀ। ਇਹ ਤਾਂ ਆਪਾਂ ਝੋਨੇ ਦੀ ਬਿਜਾਈ ਕਰਨੀ ਹੈ, ਫਿਰ ਤਾਂ ਵਹਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਾਕੀ ਜੇ ਦੂਜੀਆਂ ਹੋਰ ਫਸਲਾਂ ਬੀਜੀਆਂ ਫਿਰ ਸਟੈਬਿਲਾਈਜੇਸ਼ਨ ਵਾਸਤੇ ਬਾਹਰੋਂ ਉਹਨੂੰ ਜ਼ਰੂਰਤ ਹੈਗੀ ਹੈ। ਵੈਸੇ ਤਾਂ ਹੈਗੀ ਆ ਵੀ ਜੇ ਆਪਾਂ ਨਹੀਂ ਵਹਾਈ ਕਰਾਂਗੇ ਤਾਂ ਵੀ ਸਾਡੀ ਖੇਤੀ ਬੜੀ ਵਧੀਆ ਚੱਲ ਸਕਦੀ ਹੈ। ਜਿਸ ਤਰ੍ਹਾਂ ਪਰਮਾਨੈਂਟ ਬੈੱਡ ਦਾ ਕਨਸੈਪਟ ਹੈਗਾ, ਇੱਕ ਵਾਰੀ ਆਪਾਂ ਬੈੱਡ ਖੇਤ ਵਿੱਚ ਤਿਆਰ ਕਰਦਾ ਤੇ ਵਾਰ ਆਪਾਂ ਉਹ ਚੀਜ਼ ਯੂਜ਼ ਕਰ ਸਕਦੇ ਹਾਂ, ਕੋਈ ਵਹਾਈ ਦੀ ਜ਼ਰੂਰਤ ਨਹੀਂ ਹੈਗੀ। ਬਾਕੀ ਰਹੀ ਗੱਲ ਜਿਹੜੇ ਮਾਈਕਰੋ ਆਰਗੈਨਿਜ਼ਮ ਜਿਹੜੇ ਹੈਗੇ ਆ, ਜੀਵਾਣੂ ਵਗੈਰਾ ਵਿੱਚ ਖੇਤਾਂ ਦੇ ਪਾਉਣ ਦੀ, ਉਹ ਮੈਂ ਤਾਂ ਇਸ ਤਰ੍ਹਾਂ ਦਾ ਹੈਗਾ ਕਿ ਨੇਚਰ ਨੇ ਸਾਰਾ ਕੁਛ ਬੈਲੈਂਸ ਕੀਤਾ ਹੁੰਦਾ ਹਰ ਕਿਤੇ ਦੇ ਵਿੱਚ। ਆਪਾਂ ਨੂੰ ਕੀ ਆ, ਆਪਾਂ ਨੂੰ ਆਪਣੇ ਵੱਲੋਂ ਬਹੁਤਾ ਕੁਛ ਕਰਨ ਦੀ ਜ਼ਰੂਰਤ ਨਹੀਂ। ਸਿਰਫ ਜਿਹੜੇ ਉਹ ਪਹਿਲਾਂ ਨੇਚਰ ਨੇ ਦਿੱਤਾ ਵਾ ਜਿਹੜਾ ਮਾਈਕਰੋ ਫਲੋਰਾ ਆ, ਉਹਨੂੰ ਜੀਵਤ ਰੱਖਣ ਦੀ ਜ਼ਰੂਰਤ ਹੈਗੀ ਆ। ਵੀ ਉਹਨੂੰ ਆਪਾਂ ਆਰਗੈਨਿਕ ਮੈਟਰ ਇੰਨਾ ਦੇ ਦਈਏ ਵੀ ਉਹਨਾਂ ਨੂੰ ਖਾਣੇ ਦੀ ਘਾਟ ਨਾ ਆਵੇ ਤੇ ਉਹ ਉਸ ਖਾਣੇ ਦੇ ਹਿੱਤ ਦੇ ਵਿੱਚ ਸਾਨੂੰ ਜਿਹੜੀਆਂ ਸਾਡੀਆਂ ਫਸਲਾਂ ਉਹਨਾਂ ਨੂੰ ਡੀਕੰਪੋਜ਼ ਕਰਕੇ ਉਹ ਮਟੀਰੀਅਲ ਦੇਣ ਜਿਹੜਾ ਕਿ ਸਾਡੀ ਪੌਦਿਆਂ ਦੀ ਜਾਂ ਵਨਸਪਤੀ ਦੀ ਖੁਰਾਕ ਆ। ਤੇ ਜੇਕਰ ਆਪਾਂ ਕੁਛ ਨਹੀਂ ਵੀ ਪਾਵਾਂ ਖੇਤ ਵਿੱਚ ਤਾਂ ਵੀ ਸਾਡੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜੂਗਾ ਜੀਵਾਣੂ ਵਗੈਰਾ ਦਾ। ਸਿਰਫ ਕਰਨਾ ਕੀ ਆ, ਆਪਣੇ ਹਰਪਿੰਦਰ ਜੀ ਜਿਹੜਾ ਨਾ ਮੈਂ ਸਮਝਦਾ ਜਿਹੜੀ ਈਜ਼ੀ ਅਵੇਲੇਬਿਲਿਟੀ ਆਫ ਵਾਟਰ ਐਗਰੀਕਲਚਰ ਦੇ ਵਿੱਚ ਹੈਗੇ ਸੰਕਟ ਆ, ਉਹਨੇ ਜ਼ਿਆਦਾ ਜ਼ਿੰਮੇਵਾਰ ਹੋਣਾ। ਈਜ਼ੀ ਅਵੇਲੇਬਿਲਿਟੀ ਆਫ ਵਾਟਰ ਸਿਰਫ ਕੀ ਆ, ਨਵੀਂ ਚਾਹੀਦੀ ਹੈ। ਆਪਾਂ ਕੀ ਕਰਦੇ ਆ, ਆਪਾਂ ਕਿਆਰੇ ਭਰ ਦਿੰਦੇ ਆ, ਉਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਮਾਈਕਰੋ ਫਲੋਰਾ ਆ ਉਹਨੂੰ ਨੁਕਸਾਨ ਪਹੁੰਚਦਾ। ਜਿਹੜੇ ਫਸਲਾਂ ਕੰਮ ਕਰਨ ਨੂੰ ਉੱਡ ਗਏ। ਬੜੇ ਵਿਸਥਾਰ ਨਾਲ ਆਪਾਂ ਇਸ ਵਿਸ਼ੇ ਤੇ ਚਰਚਾ ਕਰ ਚੁੱਕੇ ਹਾਂ।
ਫਿਰ ਹੀ ਆਪਾਂ ਨੂੰ ਬਾਹਰੋਂ ਲਿਆ ਕੇ ਪਾਉਂਦੇ। ਠੀਕ ਹੈ ਜੀ। ਹਾਂਜੀ ਯਾਨੀ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਬਾਜ਼ਾਰੀ ਬੈਕਟੀਰੀਆਜ਼ ਮਿਲ ਰਹੇ ਨੇ ਜਾਂ ਉਹ ਵੀ ਕਿਤੇ ਨਾ ਕਿਤੇ ਖੇਤੀ ਦਾ ਵਪਾਰੀਕਰਨ ਕਰਨ ਵਾਲੇ ਪਾਸੇ ਨੂੰ ਜਾ ਰਹੇ ਨੇ। ਸਾਨੂੰ ਉਹਨਾਂ ਦੀ ਜ਼ਰੂਰਤ ਵੀ ਨਹੀਂ ਤੇ ਇਹਨਾਂ ਦਾ ਤਜਰਬਾ ਹੈ ਪਿਛਲੇ 10 ਸਾਲ ਤੋਂ ਇਹ ਬਿਨਾਂ ਉਸ ਦੇ ਬਿਜਾਈ ਕਰ ਰਹੇ। ਸੁਖਪਾਲ ਸਿੰਘ, ਇੱਕ ਤਾਂ ਵੀਰ ਜੀ ਇਹ ਹੈ ਕਿ ਸਾਨੂੰ ਕੁਝ ਗਾਈਡ ਕੀਤਾ ਜਾ ਰਿਹਾ ਹੈ, ਇੱਕ ਤਜਰਬਾ ਹੈ ਤੇ ਸਾਨੂੰ ਇਸ ਬਦਲ ਵਾਲੇ ਪਾਸੇ ਨੂੰ ਜਾਣ ਵਾਸਤੇ ਕੁਝ ਨਾ ਕੁਝ, ਜੇ ਮੈਂ ਇਹ ਗੱਲ ਕਹਿ ਰਿਹਾ ਕਿ ਬਿਲਕੁਲ ਹੀ ਕੁਝ ਗਵਾਉਣਾ ਨਹੀਂ, ਗਵਾਏ ਤੋਂ ਬਿਨਾਂ ਸਰਜੂ। ਸਾਨੂੰ ਇੱਕ ਤਜਰਬਾ ਕਰਨ ਵਾਸਤੇ ਫਸਲ ਦਾ ਕੁਝ ਹਿੱਸਾ, ਤਾਂ ਕਿ ਸਾਡਾ ਆਰਥਿਕ ਨੁਕਸਾਨ ਵੀ ਨਾ ਹੋਵੇ, ਬਹੁਤ ਥੋੜਾ ਹਿੱਸਾ 1 ਕਨਾਲ 2 ਕਨਾਲ ਅੱਧਾ ਏਕੜ ਇਦੋਂ ਜ਼ਿਆਦਾ ਬੇਸ਼ੱਕ ਬਿਜਾਈ ਨਾ ਕਰੋ, ਤਾਂ ਇਸ ਟੈਕਨੀਕ ਦੇ ਨਾਲ ਸਾਡੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਉਹ ਵੀ ਘਟ ਸਕਦੀ ਹੈ। ਤੁਸੀਂ ਕੋਸ਼ਿਸ਼ ਕਰੋ ਇਸ ਤਰੀਕੇ ਨਾਲ ਕਲਟੀਵੇਸ਼ਨ ਕਰਨ ਦੀ। ਹਾਂਜੀ ਕੁਲਦੀਪ ਸਿੰਘ ਜੀ। ਹਾਂਜੀ, ਤੇ ਬਾਕੀ ਜਿਵੇਂ ਸੁਖਪਾਲ ਸਿੰਘ ਜੀ ਨੇ ਦੱਸਿਆਗਾ, ਆਪਾਂ ਨੂੰ ਨਾ ਇਹਨਾਂ ਨੇ ਕਿਹਾਗਾ ਵੀ ਅਲੱਗ-ਅਲੱਗ ਨੇ ਵਿਚਾਰ, ਇਹ ਵੀ ਆਪਾਂ ਜਲਦੀ ਇਹਦਾ ਅੱਜ ਹੀ ਕੋਈ ਗੱਲ ਕਰਕੇ ਆਪਾਂ ਗੁਰਮੁਖ ਸਿੰਘ ਜੀ ਆਪਣੇ ਨਾਲ ਨੇ, ਅਵਤਾਰ ਸਿੰਘ ਜੀ, ਹੋਰ ਵੀ ਜਿਹੜੇ ਵੱਖ-ਵੱਖ ਕਿਸਾਨ ਆ ਉਹਨੂੰ ਇੱਕ ਪਲੇਟਫਾਰਮ ਤੇ ਆਪਾਂ ਲਿਆ ਕੇ ਕੋਸ਼ਿਸ਼ ਆ ਕਿ ਇਹ ਜਿਹੜੇ ਹੈਗੀਆਂ ਥੋੜੀਆਂ ਬਹੁਤੀ ਹੈਗੀ ਆਪਸ ਵਿੱਚ ਵਿਚਾਰਧਾਰਾ ਤੇ ਖੇਤੀ ਦੇ ਵੱਖ-ਵੱਖ ਨੇ, ਉਹਨੂੰ ਵੀ ਆਪਾਂ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨੂੰ ਜਲਦੀ ਇਹਦਾ ਮਸਲਾ ਵੀ ਸਾਰਾ ਆਪਾਂ ਹੱਲ ਕਰ ਲਾਂਗੇ। ਹੁਣ ਮੈਂ ਬੇਨਤੀ ਕਰਦਾ ਬਿਰਸਾ ਸਿੰਘ ਜੀ, ਉਹਨਾਂ ਨੂੰ ਮੈਂ ਅਨਮਿਊਟ ਕਰਦਾ, ਉਹਨਾਂ ਦਾ ਸਵਾਲ ਹੈ ਕੋਈ। ਹਾਂਜੀ ਬਿਰਸਾ ਸਿੰਘ ਜੀ। ਹਾਂਜੀ, ਮੇਰਾ ਸਾਰੇ ਦਰਬਾਰੇ ਖਾਲਸਾ ਟੀਮ ਸਾਰੇ ਸਤਿ ਸ੍ਰੀ ਅਕਾਲ ਅਵਤਾਰ ਸਿੰਘ ਹਰਾਂ ਨੂੰ। ਮੇਰਾ ਸਵਾਲ ਹੈ ਕਿ ਮੈਂ ਪਿਛਲੇ ਸਾਲ ਜਿਵੇਂ ਅਵਤਾਰ ਸਿੰਘ ਜੀ ਕਹਿੰਦੇ ਆ ਵੀ ਕਣਕ ਦੀ ਪੈੜੀ ਵਾਹੋ ਨਾ ਤੇ ਉਹ ਪਾਣੀ ਲਾ ਕੇ ਨਾੜ ਤੇ ਉਹਦੀ ਸੁਹਾਗਾ ਫਿਰੋ, ਉਹ ਸੁਹਾਗਾ ਫਿਰਦਾ ਨਾ ਬੜੀ ਦਿੱਕਤ ਆਉਂਦੀ। ਜਿਹੜਾ ਗਿੱਲਾ ਨਾੜ ਹੁੰਦਾ ਨਾ ਉਹ ਅੱਗੇ ਸੁਹਾਗੇ ਤੇ ਲੱਗ ਜਾਂਦਾ ਤੇ ਉਹ ਥੱਲੇ ਜ਼ਮੀਨ ਪੂਰੀ ਪੱਧਰੀ ਨਾ ਭਾਰ ਪੈਂਦਾ ਨਹੀਂ ਵਿੱਚ ਨਾ, ਜਿੱਥੇ ਨਾੜ ਥੱਲੇ ਲੱਗ ਜਾਂਦਾ ਉਹ ਖਾਲੀਆਂ ਜਿਹੀਆਂ ਪੈ ਜਾਂਦੀਆਂ ਤੇ ਜ਼ਮੀਨ ਉਹ ਪੂਰੀ ਪ੍ਰੈਸ ਨਹੀਂ ਹੁੰਦੀ। ਇਹ ਮੇਰਾ ਸਵਾਲ ਸੀ। ਸੁੱਕੀ ਨਾੜ ਨੂੰ ਮਾਰੇ, ਸੁੱਕਾ ਨਾੜ ਤਾਂ ਭੁਰ ਜਾਂਦਾ, ਕਿ ਜਿਹੜਾ ਸਲਾਬਿਆ ਨਾੜ ਨਾ ਗਿੱਲੀ ਪੈਲੀ 'ਚ ਉਹ ਭੁਰਦਾ ਨਹੀਂ, ਅੱਗੇ ਸੁਹਾਗੇ ਤੇ ਲੱਗ ਜਾਂਦਾ। ਇਹਦਾ ਹੱਲ ਕੋਈ ਹੈਗਾ ਇਹਨਾਂ ਦਾ? ਦੱਸਿਓ ਜੀ ਅਵਤਾਰ ਸਿੰਘ ਜੀ। ਇਹ ਸਟਾਰਟਿੰਗ 'ਚ ਮੈਂ ਇਹੀ ਸ਼ੰਕਾ ਜਤਾਈ ਸੀ ਜਿਹੜੀ, ਠੀਕ ਹੈ ਖੇਤੀ ਮੈਨੂੰ ਛੱਡੀ ਨੂੰ ਬੜਾ ਸਮਾਂ ਹੋ ਗਿਆ, ਪਰ ਅੱਜ ਜਿਹੜਾ ਥੋੜਾ ਬਹੁਤਾ ਲਗਾ ਉਹਦੇ ਨਾਲ ਮਾੜਾ ਮੋਟਾ ਵਾਸਤਾ, ਜਿਵੇਂ ਕਹਿੰਦੇ ਆ ਕਿ ਭਾਂਡਿਆਂ 'ਚ ਧੰਦਿਆਈ ਨਹੀਂ ਜਾਂਦੀ, ਤੇ ਇਹ ਚੀਜ਼ ਹੈਗੀ ਹੈ। ਤੇ ਮੈਂ ਵੀ ਇਹ ਸਟਾਰਟਿੰਗ 'ਚ ਕੀਤਾ ਸੀ ਤੇ ਇਹੀ ਸਵਾਲ ਜਿਹੜਾ ਦੁਹਰਾਇਆ ਗਿਆ ਕਿ ਉਹ ਖਰਚੇ ਜਿਹੜੇ ਨੇ ਉਹ ਰੁਕਾਵਟ ਬਣਦੀ ਹੈ। ਸਪਸ਼ਟ ਕਰਿਓ ਜੀ। ਇਸ ਤਰ੍ਹਾਂ ਕਰੀਏ ਆਪਾਂ, ਜਿੱਦਾਂ ਹੁਣ ਮਈ ਦਾ ਮਹੀਨਾ ਆ, ਆਪਾਂ ਕਣਕ ਵੱਢ ਲਈ ਆ, ਉਹਨੂੰ ਆਪਾਂ ਜਿਹੜੇ ਮੋਢੇ ਆ ਜਿਹੜੇ ਬਚ ਗਏ ਆ ਖਰਚੇ ਆ, ਉਹਨਾਂ ਨੂੰ ਆਪਾਂ ਸੁੱਕਣ ਲਈਏ। ਸੁੱਕਣ ਤੋਂ ਬਾਅਦ ਫਿਰ ਆਪਾਂ ਇੱਕ ਦੋ ਵਾਰੀ ਸਵਾਗਾ ਮਾਰ ਕੇ ਸੁੱਕੇ ਦੇ, ਫਿਰ ਉਸ ਤੋਂ ਬਾਅਦ ਰੋਣੀ ਕਰਕੇ ਇਹ ਕਰ ਲਈ। ਠੀਕ ਹੈ, ਇਹ ਵੀ ਕੀਤਾ ਜਾ ਸਕਦਾ ਵੀ ਜੇ ਆਪਾਂ ਨੂੰ ਇਹ ਲੱਗਦਾ। ਦੇਖੋ ਜਿਸ ਤਰੀਕੇ ਨਾਲ ਵਿਚਾਰ ਰਲੀ ਜਾਂਦੇ ਨੇ, ਵਿਚਾਰਾਂ ਦੇ ਵਿੱਚੋਂ ਇੱਕ ਨਵਾਂ ਵਿਚਾਰ ਹੋਰ ਨਿਕਲ ਆਉਂਦਾ। ਆਹ ਸਮੱਸਿਆ ਆਈ ਕਿ ਜਿਹੜੇ ਸੁੱਕਾ ਨਾੜ ਹੈ ਉਹਨੂੰ ਤੋੜਨਾ ਸੌਖਾ, ਤੇ ਪਹਿਲਾਂ ਸੁੱਕੇ ਤੇ ਸੁਹਾਗਾ ਮਾਰ ਸਕਦੇ ਆ, ਉਸ ਵਾਰ ਰੌਣੀ ਕਰਕੇ ਫਿਰ ਸੁਹਾਗਾ ਮਾਰਿਆ ਜਾ ਸਕਦਾ ਜੀ। ਜਿਸ ਤਰ੍ਹਾਂ ਅੰਕਲ ਬਿਰਸਾ ਸਿੰਘ ਹੋਣਾ ਨੇ ਗੱਲ ਕੀਤੀ ਹੈ, ਇਹਨਾਂ ਨੂੰ ਤਾਂ ਬਿਲਕੁਲ ਪਤਾ ਹੋਣਾ ਵੀ ਜਿਸ ਵੇਲੇ ਫਲੇ ਚੱਲਦੇ ਹੁੰਦੇ ਸੀਗੇ ਨਾ, ਫਲਿਆਂ ਨਾਲ ਗਲਾਈ ਹੁੰਦੀ ਸੀਗੀ, ਥੋੜੀ ਸੁੱਕਾ ਨਾੜ ਸੀਗਾ ਉਹ ਛੇਤੀ ਤੂੜੀ ਵਿੱਚ ਤਬਦੀਲ ਹੋ ਜਾਂਦਾ ਸੀਗਾ। ਇਸ ਕਰਕੇ ਆਪਾਂ ਥੋੜਾ ਜਿਹਾ ਕਾਹਲੀ ਨਾ ਕਰੀਏ, ਥੋੜੇ ਜਿਹਾ ਸੁੱਕਣ ਲਈਏ ਨਾੜ ਨੂੰ, ਉਸ ਤੋਂ ਬਾਅਦ ਸੁੱਕ ਲੈਂਦੀ ਹੈ ਜੀ। ਉਸ ਤੋਂ ਬਾਅਦ ਹਾਂਜੀ ਕੁਲਦੀਪ ਜੇ ਤੁਹਾਡੀ ਮੰਨ ਲਈ ਜਾਏਗੀ ਤੁਹਾਨੂੰ ਬਹੁਤ ਕੁਝ ਨੇ ਜੀ। ਹਾਂਜੀ ਗੁਰਮੁਖ ਸਰਦਾਰ ਬਿਰਸਾ ਸਿੰਘ ਜੀ, ਕੁਝ ਅਗਲਾ ਸਵਾਲ ਤੁਹਾਡਾ ਕੋਈ ਹੋਰ ਹੋਵੇ? ਹਾਂਜੀ, ਮੇਰੇ ਇਸੇ ਸੰਬੰਧ ਸਵਾਲ ਆ ਕਿ ਮੇਰੇ ਨਾ ਇੱਕ ਝੋਨੇ ਨਾ ਐਪੀਸੀਡਰ ਸਾਰੀ ਬੀਜੀ ਸੀ, ਪਰਾਲੀ ਬਾਬਰੀ ਬਹੁਤ ਜ਼ਿਆਦਾ ਸੀ। ਤੂੜੀ ਬਣਾਉਣ ਤੋਂ ਬਾਅਦ ਉਹਨਾਂ ਨੂੰ ਪਰਾਲੀ ਤੇ ਨਾੜ ਦੇ ਉੱਤੋਂ ਦੀ ਸਭ ਨਿਕਲ ਆਈ ਕੰਬਾਈਨ ਜਦੋਂ ਵੱਢੀ ਆ, ਤੇ ਪਰਾਲੀ ਇੰਨੀ ਜ਼ਿਆਦਾ ਜੇ ਮੇਰੇ ਖਿਆਲ ਜੇ ਵਾਹ ਹੋ ਕੇ ਉਹਨੂੰ ਫਿਰ ਤਵੀਆਂ ਨਾਲ ਬਾਤ ਕੇ ਤੇ ਫਿਰ ਸੁਹਾਗਾ ਮਾਰ ਕੇ ਫਿਰ ਰੌਣੀ ਕਰੀਏ, ਇਸ ਤਰ੍ਹਾਂ ਠੀਕ ਨਹੀਂ ਰਹੇਗਾ। ਉਹ ਇੰਨੀ ਪਰਾਲੀ ਤੇ ਨਾੜ ਜਿਹੜਾ ਨਾ ਉਹ ਮੇਰਾ ਸੰਭਲ ਨਹੀਂ ਹੋਵੇਗਾ। ਜਦ ਤਵੀਆਂ ਨਾਲ ਵਾਹ ਕੇ ਵਿੱਚ ਰਲਾ ਦਿੱਤਾ ਜਾਵੇ ਤੇ ਫਿਰ ਸੁਹਾਗਾ ਮਾਰ ਕੇ ਫਿਰ ਰੌਣੀ ਕਰਕੇ ਫਿਰ ਬੀਜਿਆ ਜਾਵੇ, ਐਵੇਂ ਕਾਮਯਾਬ ਰਹੇਗਾ ਕੰਮ। ਹਾਂਜੀ ਅਵਤਾਰ ਸਿੰਘ ਜੀ। ਇਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਪਰਾਲੀ ਹੈ ਉਹ ਪੂਰੇ ਤਰੀਕੇ ਨਾਲ ਜਿਹੜੀ ਝੋਨੇ ਦੀ ਪਰਾਲੀ ਦੀ ਗੱਲ ਕਰ ਰਹੇ ਹੋ ਬਿਰਸਾ ਸਿੰਘ ਜੀ? ਹਾਂਜੀ ਹਾਂਜੀ, ਆਪਾਂ ਜਿਹੜੀ ਗੱਲ ਆਪਾਂ ਜਿਹੜਾ ਫਿਲਹਾਲ ਆਪਣਾ ਵਿਸ਼ਾ ਜਿਹੜਾ ਇਹ ਸੀ ਕਿ ਜਿਹੜੀ ਚੌਲ ਦੀ ਬਿਜਾਈ ਹੈ, ਜਿਹਨੂੰ ਅਸੀਂ ਫਲੱਡ ਇਰੀਗੇਸ਼ਨ ਦੇ ਜ਼ਰੀਏ ਅਸੀਂ ਕਰ ਰਹੇ ਹਾਂ, ਕੱਦੂ ਕਰਕੇ ਕਰ ਰਹੇ ਹਾਂ, ਉਹਦੇ ਤੋਂ ਬਾਹਰ ਕਿਵੇਂ ਆਈਏ, ਤੇ ਉਹ ਉੱਥੋਂ ਤੱਕ ਰੱਖ ਲਓ। ਅੱਜ ਇੱਥੋਂ ਤੱਕ ਨਹੀਂ ਡਾਕਟਰ, ਮੇਰਾ ਸਵਾਲ ਨਾ ਝੋਨੇ ਦੀ ਪਰਾਲੀ ਉਦੋਂ ਸਾਂਭਦਾ ਨਹੀਂ, ਹੁਣ ਜਿਹੜੀ ਪਿਛਲੇ ਸਾਲ ਦੇ ਝੋਨੇ ਦੀ ਪਰਾਲੀ ਸੀ ਨਾ, ਐਪੀਸੀਡ ਨਾਲ ਬੀਜੀ ਪਰਾਲੀ ਵਿੱਚ ਮਲਚਿੰਗ ਕੀਤੀ ਸੀ। ਅੱਛਾ, ਹਾਲੇ ਵੀ ਉਹ ਜਿਹੜੀ ਹਾਂਜੀ ਹਾਂਜੀ, ਅੱਛਾ ਜੀ, ਅੱਛਾ।
ਹਾਂਜੀ ਹਾਂਜੀ, ਤੇ ਨਾਲ ਨਾੜ ਦੇ ਬਰਾਬਰ ਹੀ ਉਨੀ ਜਿਵੇਂ 3-3 ਇੰਚ ਤੈਅ ਨਾ ਪਰਾਲੀ ਦੀ ਅਜੇ ਵੀ ਹੈਗੀ ਉਹ ਚ। ਮੈਂ ਇਹਦਾ ਸਵਾਲ ਸੀ, ਝੋਨੇ ਦੀ ਪਰਾਲੀ ਤਾਂ ਬਾਅਦ ਚ ਟਾਈਮ ਆਉਣਾ। ਹਾਂ ਯਾਨੀ ਸਵਾਲ ਸਪਸ਼ਟ ਹੀ ਹੋਇਆ। ਸਵਾਲ ਅਵਤਾਰ ਸਿੰਘ ਜੀ, ਸਵਾਲ ਇਹਨਾਂ ਦਾ ਇਹ ਸੀ ਕਿ ਜਿਹੜੀ ਕਣਕ ਦੀ ਬਿਜਾਈ ਹੈ ਉਹ ਹੈਪੀ ਸੀਡਰ ਨਾਲ ਕੀਤੀ ਸੀ, ਤੇ ਉਸ ਸਮੇਂ ਜਿਹੜੀ ਝੋਨੇ ਦੀ ਪਰਾਲੀ ਸੀ ਉਹ ਹਾਲੇ ਤੱਕ ਵੀ ਗਲੀ ਨਹੀਂ, ਤੇ ਹਾਲੇ ਵੀ ਉਹ ਜਿਹੜੀ ਪਰਾਲੀ ਹੈ ਉਹ ਖੇਤ ਦੇ ਵਿੱਚ ਮੌਜੂਦ ਹੈ। ਤਾਂ ਉਹਦੇ ਸੰਬੰਧੀ ਇਹਨਾਂ ਨੇ ਇੱਕ ਸੁਝਾਅ ਦਿੱਤਾ ਸੀ ਕਿ ਕੀ ਤਵੀਆਂ ਦੇ ਨਾਲ ਵਾਹ ਕੇ ਉਹਨੂੰ ਗਾਲਿਆ ਜਾ ਸਕਦਾ, ਇਹਦਾ ਕੋਈ ਨੁਕਸਾਨ? ਨਹੀਂ, ਕੋਈ ਨੁਕਸਾਨ ਨਹੀਂ ਹੈਗਾ, ਠੀਕ ਹੈ, ਤਵੀਆਂ ਦੇ ਨਾਲ ਵਾਹ ਲਓ, ਕਰ ਲਓ, ਉਸ ਤੋਂ ਬਾਅਦ ਕੋਈ ਚੱਕਰ ਨਹੀਂ। ਤੇ ਬਾਕੀ ਜਿਹੜੀ ਹੈਗੀ ਹੈ ਕਿ ਇਹਨਾਂ ਨੇ ਹਾਰਵੈਸਟਿੰਗ ਕੀਤੀ ਹੈਗੀ ਆ ਪਰਾਲੀ ਦੀ ਆਪਣੇ ਝੋਨੇ ਦੀ, ਪਹਿਲਾਂ ਪਿਛਲੇ ਸੀਜ਼ਨ ਦੇ ਵਿੱਚ ਉਹ ਕੀ ਜਿਹੜੀ ਕੰਬਾਈਨ SMS ਉਹਨਾਂ ਨੇ ਯੂਜ਼ ਕੀਤਾ ਕਿ ਨਹੀਂ ਕੀਤਾ ਹੈਗਾ। ਜੇ SMS ਯੂਜ਼ ਕੀਤਾ ਹੁੰਦਾ, ਮੇਰਾ ਖਿਆਲ ਆ ਵੀ ਹੁਣ ਤੱਕ ਉਹ ਜਿਹੜੀ ਪਰਾਲੀ ਆ ਉਹ ਗਲ ਜਾਣੀ ਚਾਹੀਦੀ ਸੀ। ਉਹਨੂੰ ਤਾਂ ਹੋਰ ਮੀਨਿੰਗ ਕਰਨਾ ਪਊਗਾ, ਫਿਰ ਵਿੱਚ ਆ ਜਾਇਆ ਕਰੂਗੀ, ਯਾਨੀ ਕਿ ਜਿਹੜਾ ਹੈ SMS ਸੁਧਾਰ ਕਰਦੀ ਤੋਂ ਬਾਅਦ ਜੀ। ਠੀਕ ਹੈ, ਹਾਂਜੀ। ਸੋ ਇਹ ਇੱਕ ਗੱਲ ਕੁਝ ਥੋੜੀ ਜਿਹੀ ਮੈਨੂੰ ਇਹ ਲੱਗਦੀ ਹੈ ਕਿ ਕੁਝ ਕੁ ਹਾਲਾਤਾਂ ਦੇ ਮੁਤਾਬਕ ਥੋੜੀ ਬਹੁਤੀ ਜਿਹੜੀ ਤਬਦੀਲੀ ਹੈਗੀ ਹੈ, ਜਿਹੜੀ ਖੇਤ ਨੂੰ ਤਿਆਰ ਕਰਨ ਵਾਸਤੇ ਕੁਝ ਕੁ ਹਾਲਾਤਾਂ ਦੇ ਮੁਤਾਬਕ ਤਬਦੀਲੀ ਕੀਤੀ ਜਾ ਸਕਦੀ ਹੈ। ਮਕਸਦ ਇਹ ਹੈ ਕਿ ਜਿਹੜਾ ਬੀਜ ਹੈ, ਬੀਜ ਦਾ ਜੜ ਖੇਤਰ ਜਿਹੜਾ ਉਹਨੂੰ ਜਦੋਂ ਤੁਸੀਂ ਉਹਦੇ ਤੋਂ ਉੱਚ ਤੇ ਝਾੜ ਲੈਣਾ, ਉਹਨੂੰ ਫਲੱਡ ਇਰੀਗੇਸ਼ਨ ਤੋਂ ਬਚਾਉਣਾ ਹੈ, ਤਾਂ ਸਾਡਾ ਮਕਸਦ ਕੀ ਹੈ ਕਿ ਉਸ ਜਿਹੜਾ ਜੜ ਖੇਤਰ ਹੈ ਉਹਨੂੰ ਹਵਾ ਮੁਕਤ ਕਿਵੇਂ ਕੀਤਾ ਜਾ ਸਕੇ, ਉਹਦੇ ਤੇ ਜ਼ੋਰ ਦੇਣਾ। ਅਵਤਾਰ ਸਿੰਘ ਜੀ, ਮੈਂ ਠੀਕ ਕਹਿ ਰਿਹਾ ਜੀ? ਬਿਲਕੁਲ ਸਹੀ ਗੱਲ ਹੈ ਜੀ। ਥੋੜੀ ਬਹੁਤੀ ਤਬਦੀਲੀ ਵੀ ਉਸ ਤੋਂ ਪਹਿਲਾਂ ਸਾਨੂੰ ਜਿਸ ਸਾਧਨ ਦੀ ਲੋੜ ਪੈਂਦੀ ਹੈ ਉਹਨੂੰ ਵਰਤਿਆ ਜਾ ਸਕਦਾ, ਪਰ ਬਿਜਾਈ ਤੋਂ ਪਹਿਲਾਂ ਉਹਨੂੰ ਇਸ ਤਰੀਕੇ ਨਾਲ ਜੇ 6 ਵਾਰ ਮਾਰਨਾ, 7 ਵਾਰ ਮਾਰਨਾ, ਤਾਂ ਪੂਰੀ ਤਰ੍ਹਾਂ ਸੁਹਾਗਾ ਉਦੋਂ ਮਾਰ ਕੇ ਉਹਨੂੰ ਮੁਕੰਮਲ ਤੌਰ ਤੇ ਹਵਾ ਮੁਕਤ ਕਰ ਲਿਆ ਜਾਵੇ, ਤੇ ਫਿਰ ਜਿਹੜੀ ਚੌਲ ਦਾ ਪੌਦਾ ਹੈ, ਬੂਟਾ ਹੈ, ਉਹ ਆਪਣੇ ਆਪ ਉੱਗੇ ਆਉਂਦਾ। ਜੱਸਾ ਸਿੰਘ ਜੀ, ਕੁਝ ਹੋਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋਵੋ? ਨਹੀਂ, ਹੋਰ ਤਾਂ ਮੈਂ ਪਿਛਲੇ ਸਾਲ ਦਾ ਤਜਰਬਾ ਸਾਂਝਾ ਕਰਦਾ। ਮੈਂ ਪਿਛਲੇ ਸਾਲ ਵੀ ਇਹਨਾਂ ਦੀ ਤਕਨੀਕ ਨਾਲ ਹਾਂਜੀ ਵੀ ਉਹਨੂੰ ਉਸ ਤਰੀਕੇ ਨਾਲ ਫਸਲ ਨੂੰ ਵਾਹ ਨੂੰ ਤਿਆਰ ਕੀਤਾ ਜਾ ਸਕਦਾ ਜੀ। ਨਹੀਂ, ਉਹਦੇ ਚ ਇਹੋ ਦਿੱਕਤ ਆਈ ਸੀ ਜਦੋਂ ਸੁਹਾਗਾ ਮਾਰਦੇ, ਜਿੱਥੇ ਵੀ ਉਹ ਸੁਹਾਗੇ ਦੇ ਅੱਗੇ ਨਾੜ ਅੜ ਕੇ ਤੇ ਲੀਕਾਂ ਪੈ ਗਈਆਂ, ਉੱਥੇ ਨਾ ਜਦੋਂ ਪਹਿਲਾਂ ਤਵੀਆਂ ਪਹਿਲਾਂ ਮਾਰੀਆਂ ਜਾ ਸਕਦੀਆਂ, ਜਿਹਦੇ ਨਾਲ ਉਹ ਹੁਣ ਇਹੀ ਹੱਲ ਹੈ। ਨਹੀਂ, ਮੇਰਾ ਤਜਰਬਾ ਤਵੀਆਂ ਮਾਰ ਕੇ ਲੇਜ਼ਰ ਕਰਾਇਆ ਨਾ, ਬਾਅਦ ਚ ਉਹਨੂੰ ਲਵਾ ਕੇ ਤੇ ਫੇਰ ਭਰ ਕੇ ਫੇਰ ਵਧੀਆ। ਉਹ ਤਾਂ ਉੱਚਾ ਨੀਵਾਂ ਨਾ ਮੜ ਜਾਂਦਾ, ਮਸ਼ੀਨ ਆਪਾਂ ਲਾਉਣੀ ਹੁੰਦੀ 1.5 ਇੰਚ ਤੋਂ ਬਾਅਦ ਨਹੀਂ ਲਾਉਣੀ। ਕਿਰਨ ਲੱਗਿਆ ਤੇ ਉਹ ਫਿਰ ਕਈ ਥਾਂ ਬੀਜ ਨਾ ਨੰਗਾ ਰਹਿ ਜਾਂਦਾ ਜਾਂ ਥੋੜਾ ਲੱਗਦੀ ਆ, ਉੱਥੇ ਫਿਰ ਬੀਜ ਦੀ ਜਰਮੀਨੇਸ਼ਨ ਨਹੀਂ ਹੁੰਦੀ। ਇਸ ਕਰਕੇ ਨਾ ਕੰਪਿਊਟਰ ਕਰਾਇਆ ਬਾਅਦ ਚ ਮੇਰੇ ਖਿਆਲ ਤਾਂ ਲਾਜ਼ਮੀ ਆ ਜੀ। ਹਾਂਜੀ, ਠੀਕ ਹੈ ਇਹ ਗੱਲ ਕਿ ਉਸ ਤੋਂ ਬਾਅਦ ਤਵੀਆਂ ਮਾਰ ਕੇ ਉਹਦੀ ਲੇਜ਼ਰ ਲੈਵਲਿੰਗ ਕਰਕੇ ਤੇ ਫਿਰ ਜਿਹੜਾ ਹੈਗਾ ਉਹਨੂੰ ਜਿਹੜਾ ਅਗਲੀ ਤਿਆਰੀ ਜਿਹੜੀ ਉਸ ਤੋਂ ਬਾਅਦ ਕੀਤੀ ਜਾਵੇ। ਇਹ ਬੜਾ ਵਧੀਆ ਸੁਝਾਅ ਇਹ ਵੀ ਹੈ। ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਆਪਣੇ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣਾ ਤਜਰਬਾ ਸਾਂਝਾ ਕੀਤਾ, ਜਿਹੜਾ ਬਹੁਤ ਲਾਹੇਵੰਦ ਹੋਏਗਾ ਜੀ। ਹਾਂਜੀ ਹਰਪਿੰਦਰ ਜੀ, ਗੱਲ ਇਹ ਆ ਕਿ ਆਪਣੀ ਯਾਨੀ ਕਿ ਤੁਸੀਂ ਤਸੱਲੀ ਕਰੋ ਕਿ ਹਾਂ ਵੀ ਸਾਡਾ ਜਿਹੜਾ ਖੇਤ ਆ ਉਹ ਡਰਿਲ ਕਰਨ ਦੇ ਕਾਬਲ ਹੋ ਗਿਆ। ਜੇ ਪੜ੍ਹਾਈ ਕਰਕੇ ਹੁੰਦਾ ਤਾਂ ਵੀ ਮੈਲਾਂ ਕੋਟਾ, ਜੇ ਨਹੀਂ, ਜੇ ਉੱਤੇ ਚੱਲਦਾ ਪਿਆ ਉਸ ਤੋਂ ਗੱਲਾਂ ਚਲਾਓ। ਮੇਰੀ ਉਸ ਤੋਂ ਪਹਿਲਾਂ ਤੁਸੀਂ ਜਾਣੀ ਇਹਨਾਂ ਦਾ ਕਹਿਣ ਦਾ ਮਕਸਦ ਇਹ ਸੀਗਾ ਕਿ ਉਹਨੂੰ ਤਵੀਆਂ ਮਾਰਨ ਦਾ ਜਾਂ ਕਲਟੀਵੇਸ਼ਨ ਕਰਨ ਦਾ ਨੁਕਸਾਨ ਨਹੀਂ ਹੈਗਾ, ਉਹ ਕਾਸਟ ਆਫ ਪ੍ਰੋਡਕਸ਼ਨ ਘਟਾਉਣੀ ਸੀ। ਪਰ ਜੇ ਕਿਤੇ ਸਾਨੂੰ ਜ਼ਰੂਰਤ ਹੈ ਤਵੀਆਂ ਦੀ, ਕਿਤੇ ਉਹਦੀ ਵਹਾਈ ਦੀ, ਕਲਟੀਵੇਸ਼ਨ ਦੀ ਲੋੜ ਹੈ, ਤੇ ਉਹ ਵਰਤੀ ਜਾ ਸਕਦੀ ਹੈ, ਬਸ਼ਰਤੇ ਕਿ ਜਦ ਅਸੀਂ ਬਿਜਾਈ ਕਰਨੀ ਹੈ। ਵਾਰ-ਵਾਰ ਮੈਂ ਦੁਹਰਾ ਰਿਹਾ ਉਸ ਗੱਲ ਨੂੰ ਕਿ ਜਦ ਅਸੀਂ ਬਿਜਾਈ ਕਰਨੀ ਹੈ ਤਾਂ ਉਸ ਸਮੇਂ ਜਿਹੜੀ ਸਾਡੀ ਭੂਮੀ ਦੀ ਪੋਜੀਸ਼ਨ ਹੈ, ਉਹ ਜੜ ਖੇਤਰ ਹੈ ਜਿਹੜਾ ਬੀਜ ਦਾ, ਉਹ ਹਵਾ ਮੁਕਤ ਹੋਣਾ ਚਾਹੀਦਾ। ਵਿਰਸਾ ਸਿੰਘ ਜੀ, ਕੁਝ ਹੋਰ ਤੁਸੀਂ ਪੁੱਛਣਾ ਚਾਹੁੰਦੇ ਹੋ ਜਾਂ ਕੁਝ ਹੋਰ ਤਜਰਬਾ ਤੁਸੀਂ ਆਪਣਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਧੰਨਵਾਦ ਹੋਏਗਾ। ਬਹੁਤ ਮਿਹਰਬਾਨੀ ਸਰ। ਕੁਲਦੀਪ ਸਿੰਘ, ਹੋਰ ਵੀਰਾਂ ਦੇ ਸਵਾਲ ਜਿਹੜੇ ਨੇ ਉਹ ਦੇਖਿਓ। ਹਾਂ, ਬੂਟਾ ਸਿੰਘ ਧੀਰਾ ਪੱਤਰਾ, ਸਰਦਾਰ ਬੂਟਾ ਸਿੰਘ ਜੀ ਧੀਰਾ ਪੱਤਰਾ, ਸਵਾਗਤ ਹੈ ਜੀ ਤੁਹਾਡਾ ਦਰਬਾਰੇ ਖਾਲਸਾ ਦੇ ਇਸ YouTube ਚੈਨਲ ਤੇ। ਅਨਮਿਊਟ ਨਹੀਂ ਹੋਏ, ਇੱਕ ਮਿੰਟ। ਤੁਸੀਂ ਅੱਜ ਦੇ ਸੈਸ਼ਨ ਦੇ ਸੰਬੰਧੀ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੇਰੇ ਵੱਲੋਂ। ਸਤਿ ਸ੍ਰੀ ਅਕਾਲ ਜੀ। ਧੰਨਵਾਦੀ ਆ ਜੀ ਦਰਬਾਰੇ ਖਾਲਸਾ ਜੀ ਦੇ, ਜਿੰਨਾ ਬਹੁਤ ਵਧੀਆ ਇਹ ਪ੍ਰੋਗਰਾਮ ਉਲੀਕਿਆ। ਤੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਜੀ, ਕੁਲਦੀਪ ਸਿੰਘ ਮਾਦੇਰ ਜੀ ਕਹਿ ਰਹੇ ਸੀ ਵੀ ਮੈਂ ਆਪ ਖੁਦ ਖੇਤੀ ਕਰਨਾ ਚਾਹੁੰਦਾ ਜੀ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਮਿਹਰਬਾਨੀ ਕਰਕੇ ਇਹ ਕੰਮ ਨਾ ਕਰਨ, ਕਿਉਂਕਿ ਇਸ ਕੰਮ ਤੇ ਕਾਫੀ ਕਿਸਾਨ ਜਿਹੜੇ ਹੈਗੇ ਆ ਲੱਗੇ ਹੋਏ ਨੇ, ਪਰ ਸਾਨੂੰ ਕਮੀ ਹੈਗੀ ਏ ਕਿ ਜਿਹੜਾ ਤੁਹਾਡੇ ਵਰਗੇ ਸੂਝਵਾਨ ਵੀਰ
ਜਿਹੜੇ ਤਰੀਕੇ ਨਾਲ ਸਾਨੂੰ ਗਾਈਡ ਕਰ ਰਹੇ ਜੇ, ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਜੇ ਤੇ ਬਹੁਤ ਵਧੀਆ ਰਿਜ਼ਲਟ ਆਉਣਗੇ। ਕਿਉਂਕਿ ਜੇ ਤੁਸੀਂ ਵੀ ਸਾਡੇ ਵਾਂਗੂ ਖੇਤੀ ਵਾਲੇ ਪਾਸੇ ਲੱਗੇ ਤੇ ਤੁਹਾਡੇ ਕੋਲੋਂ ਇਧਰਲੇ ਪਾਸੇ ਸਮਾਂ ਘਟੂਗਾ। ਜਿਵੇਂ ਜਿਵੇਂ ਅਮਰਿੰਦਰ ਦੱਤ ਜੀ ਨੇ ਇਧਰਲੇ ਪਾਸੇ ਸ਼ੁਰੂਆਤ ਕੀਤੀ, ਡਾਕਟਰ ਅਮਰ ਸਿੰਘ ਆਜ਼ਾਦ ਜੀ ਨੇ, ਅਸ਼ੋਕ ਕੁਮਾਰ ਜੀ, ਮਾਸਟਰ ਰਾਜਵੀਰ ਸਿੰਘ ਜੀ, ਇਹਨਾਂ ਤੋਂ ਸਾਨੂੰ ਬੜਾ ਕੁਝ ਸਿੱਖਣ ਲਈ ਮਿਲਿਆ। ਪਰ ਜਿਹੜੀ ਚੀਜ਼ ਦੀ ਹੁਣ ਕਮੀ ਹੈਗੀ ਸੀ, ਜਿਹੜਾ ਤੁਸੀਂ ਕੰਮ ਕੀਤਾ ਹੈ ਕਿ ਸਾਰਿਆਂ ਨੂੰ ਤੁਸੀਂ ਇੱਕ ਪਲੇਟਫਾਰਮ ਤੇ ਲੈ ਕੇ ਆ ਰਹੇ ਜੀ, ਤੇ ਇਸ ਤੋਂ ਵਧੀਆ ਕੰਮ ਕੋਈ ਹੋ ਨਹੀਂ ਸਕਦਾਗਾ। ਤੁਸੀਂ ਜਿਹੜਾ ਇਹ ਕੰਮ ਕਰਦੇ ਪਏ ਜੇ ਇਹ ਕਰੋ, ਤੇ ਇਸ ਤੋਂ ਅੱਗੇ ਆਪਾਂ ਇਹ ਚਾਹੁੰਦੇ ਆ ਕਿ ਜਿਹੜੇ ਕਿਸਾਨ ਇਹ ਟ੍ਰਾਇਲ ਕਰ ਰਹੇ ਨੇ ਉਹਨਾਂ ਨੇ, ਖਾਸ ਕਰਕੇ ਕੁਦਰਤੀ ਖੇਤੀ ਵਾਲਿਆਂ ਨੇ, ਉਹਨਾਂ ਨੂੰ ਬਹੁਤ ਵੱਡੇ ਘਾਟੇ ਪੈਂਦੇ ਆ। ਤੇ ਆਪਾਂ ਕੋਈ ਇਹੋ ਜਿਹਾ ਉਪਰਾਲਾ ਰਲ ਮਿਲ ਕੇ ਕਰੀਏ ਕਿ ਜਿਹੜਾ ਛੋਟਾ ਕਿਸਾਨ ਹੈ, ਜਿਹੜਾ ਇਹ ਕੰਮ ਕਰਨਾ ਵੀ ਚਾਹੁੰਦਾ ਹੈ ਪਰ ਉਹ ਨਾਲ ਡਰਦਾ ਹੈ ਵੀ ਉਹਦੀਆਂ ਲਿਮਟਾਂ ਵੱਜੀਆਂ ਹੋਈਆਂ ਨੇ, ਘਰ ਦੇ ਖਰਚੇ ਇੰਨੇ ਕੁ ਨਹੀਂ ਕਿ ਉਹ ਰਿਸਕ ਨਹੀਂ ਲੈ ਸਕਦਾ, ਉਹਨੂੰ ਆਪਾਂ ਜਿਵੇਂ ਕੁਲਦੀਪ ਸਿੰਘ ਸੰਸਥਾ ਨੇ, ਦਰਬਾਰੇ ਖਾਲਸਾ ਨੇ। ਬੂਟਾ ਸਿੰਘ ਤੁਸੀਂ ਨਾ ਖੜ ਜਿਓ ਇੱਕ ਜਗ੍ਹਾ ਤੇ, ਮੈਨੂੰ ਲੱਗਦਾ ਉਹ ਆਵਾਜ਼ ਨਾ ਫਿਰ ਹਵਾ ਦੀ ਆਵਾਜ਼ ਵਿੱਚ ਆਉਣ ਲੱਗ ਜਾਂਦੀ। ਜਿਵੇਂ ਤੁਸੀਂ ਅੱਗੇ ਇੱਕ ਕਿਸਾਨ ਨੂੰ ਆਲੂ ਬਜਾਏ ਸੀ ਜਾਂ ਇਹੋ ਜਿਹੀ ਕੁਝ ਫਸਲਾਂ ਬਜਾਈਆਂ ਸੀ, ਤੇ ਉਹਦਾ ਰਿਸਕ ਜਿਹੜਾ ਤੁਸੀਂ ਕਵਰ ਕੀਤਾ ਸੀ ਵੀ ਅਸੀਂ ਜੇ ਕਿਤੇ ਨੂੰ ਘਾਟਾ ਪਿਆ ਤੇ ਅਸੀਂ ਪੂਰਾ ਕਰਾਂਗੇ। ਤੇ ਸਾਨੂੰ ਤੁਹਾਡੀ ਲੋੜ ਹੈਗੀ ਹੈ ਵੀ ਇਹੋ ਜਿਹੇ ਜਿਹੜੇ ਆਪਣੇ ਮਿਹਨਤੀ ਕਿਸਾਨ ਹੈਗੇ ਨੇ, ਇਹ ਨਹੀਂ ਵੀ ਸਾਨੂੰ ਨਹੀਂ ਲੋੜ ਹੈਗੀ, ਅਸੀਂ ਆਪਦੇ ਲੈਵਲ ਤੇ ਕਰ ਰਹੇ ਹੋਏ ਸਾਰਾ ਕੁਝ, ਤੇ ਅਸੀਂ ਕਾਫੀ ਘਾਟੇ ਖਾ ਵੀ ਚੁੱਕੇ ਹਾਂ। ਤੇ ਆਪਾਂ ਨੂੰ ਉਹਨਾਂ ਕਿਸਾਨਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇਧਰਲੇ ਪਾਸੇ ਨਾ ਆਓ, ਤੁਸੀਂ ਜਿਹੜਾ ਇਹ ਕੰਮ ਕਰ ਰਹੇ ਜੇ ਇਹਨੂੰ ਹੋਰ ਵਧੀਆ ਢੰਗ ਨਾਲ ਆਪਾਂ ਕਰੀਏ। ਠੀਕ ਹੈ ਜੀ, ਧੰਨਵਾਦ। ਤੁਹਾਡੀ ਚਿੰਤਾ ਜਾਇਜ਼ ਹੈ, ਬਹੁਤ ਧੰਨਵਾਦ ਤੁਹਾਡਾ ਕਿ ਠੀਕ ਹੈ ਕਿ ਜਿਹੜਾ ਕੰਮ ਕੁਲਦੀਪ ਸਿੰਘ ਕਰ ਰਹੇ ਨੇ, ਇਸੇ ਕੰਮ ਨੂੰ ਇਹ ਸੱਚਾਈ ਹੈ ਕਿ ਜੇ ਉਸ ਪਾਸੇ ਨੂੰ ਜਾਣਗੇ ਤੇ ਕੁਝ ਨਾ ਕੁਝ ਸਮਾਂ ਜ਼ਰੂਰ ਦੇਣਾ ਪਏਗਾ, ਤੇ ਜਿੱਥੇ ਇੱਕ ਪਲੇਟਫਾਰਮ ਤਿਆਰ ਕੀਤਾ ਇਹਦੇ ਚੋਂ ਸਮਾਂ ਘਟੇਗਾ। ਇਸ ਸੁਝਾਅ ਤੇ ਕੁਲਦੀਪ ਸਿੰਘ ਜੀ ਗੌਰ ਕਰਨਾ। ਅਗਲਾ ਸਵਾਲ ਮੈਂ ਇੱਕ ਇਹ ਦੱਸਣਾ ਚਾਹੁੰਦਾ ਵੀ ਮੈਂ ਕਿਸਾਨ ਹੋਣ ਦੇ ਨਾਤੇ ਕਈ ਵਾਰੀ ਬਹੁਤੀ ਵਾਰ ਮੀਟਿੰਗ ਦੇ ਵਿੱਚ ਇਸ ਦੇ ਵਿੱਚ ਹਾਜ਼ਰ ਨਹੀਂ ਹੋ ਸਕਦਾ, ਲਿੰਕ ਸੁਣਦਾ ਜ਼ਰੂਰ ਬਾਅਦ ਦੇ ਵਿੱਚ, ਤੇ ਉਹ ਵੀ ਮਤਲਬ ਖੇਤੀ ਕਰਨ ਦੇ ਕਰਕੇ ਵੀ, ਖੇਤੀ ਕਰਕੇ ਉਸ ਸਮਾਂ ਹੁੰਦਾ ਕੰਮ ਧੰਦਾ ਕਰਨ ਦਾ, ਕੁਛ ਦੇਸੀ ਗਾਵਾਂ ਤੇ ਵੀ ਕੰਮ ਕਰ ਰਹੇ ਆ, ਉਧਰ ਵੀ ਧਿਆਨ ਦੇਣਾ ਪੈਂਦਾ, ਤੇ ਇਸ ਕਰਕੇ ਚਾਹਾਂਗਾ ਵੀ ਤੁਸੀਂ ਇੱਕ ਤਾਂ ਇਧਰਲੇ ਪਾਸੇ ਨਾ ਆਓ। ਦੂਜੀ ਗੱਲ ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਅਵਤਾਰ ਸਿੰਘ ਦੀ ਤਕਨੀਕ ਨਾਲ ਕੁਛ ਕਣਕ ਬੀਜੀ ਸੀ ਇਸ ਵਾਰ, ਇਸ ਤੋਂ ਪਹਿਲਾਂ ਨਰਮਾ ਵੀ ਬੀਜਿਆ ਸੀਗਾ, ਤੇ ਨਰਮੇ ਦੇ ਵੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਏ ਸੀ। ਇੱਕ ਬੂਟੇ ਨੂੰ 680 ਟਿੰਡੇ ਤੱਕ ਲੱਗੇ ਸੀਗੇ ਬਗੈਰ ਯੂਰੀਆ DAP ਹੈਡ ਤੋਂ। ਫਿਰ ਕਣਕ ਸੀ ਜਿਹੜੀ ਉਹ ਮੈਂ ਬੀਜੀ ਆਰਗੈਨਿਕ ਦੇ ਵਿੱਚ, ਮੈਂ ਪਿਛਲੇ 9 ਸਾਲ ਤੋਂ ਬੀਜ ਰਿਹਾ, ਤੇ ਮੇਰਾ ਕੋਈ 8-10 ਮਣ ਤੋਂ ਝਾੜ ਵਾਧਾ ਨਹੀਂ ਸੀਗਾ ਕਿੱਲੇ ਦਾ। ਅੱਛਾ, ਹੁਣ ਇਹਨਾਂ ਦੇ ਮੁਤਾਬਕ ਬੀਜੀ ਤੇ ਮੇਰਾ ਝਾੜ ਕਣਕ ਦਾ 25 ਮਣ ਰਿਹਾ, ਜਦ ਕਿ ਮੈਂ 2 ਵੱਡੀਆਂ ਗਲਤੀਆਂ ਕਰ ਬੈਠਾ। ਜੇ ਉਹ ਵੱਡੀਆਂ ਗਲਤੀਆਂ ਨਾ ਕਰਦਾ ਤੇ ਕੈਮੀਕਲ ਵਾਲੀ ਖੇਤੀ ਦੇ ਬਰੋਬਰ ਆਪਾਂ ਇਸ ਵਾਰ ਕਣਕ ਨੂੰ ਲਿਜਾ ਸਕਦੇ ਸੀ। ਮੈਂ ਗਾਂ ਤੋਂ ਪੂਰੀ ਉਮੀਦ ਰੱਖਦਾ ਕਿ ਪ੍ਰਮਾਤਮਾ ਨੇ ਸਮਾਂ ਦਿੱਤਾ, ਜ਼ਿੰਦਗੀ ਰਹੀ, ਤੇ ਆਪਾਂ ਕੈਮੀਕਲ ਵਾਲੀ ਕਣਕ ਦੇ ਆਪਾਂ ਬਰੋਬਰ ਆਰਗੈਨਿਕ ਦੇ ਵਿੱਚ ਝਾੜ ਲੈ ਜਾਵਾਂਗੇ। ਵੈਰੀ ਗੁੱਡ ਜੀ ਜੀ ਜੀ। ਦੂਸਰੀ ਗੱਲ ਹੈ ਕਿ ਅਵਤਾਰ ਸਿੰਘ ਰਾਂ ਦੇ ਮੁਤਾਬਕ ਮੈਂ ਰਾਗੀ, ਕੰਗਣੀ ਤੇ ਕੋਧਰਾ ਬੀਜਿਆ ਜੀ, ਬੈੱਡ ਤੇ ਬੀਜਿਆ ਜਿਵੇਂ ਇਹਨਾਂ ਨੇ ਕਿਹਾ, ਤੇ ਉਹਦਾ ਰਿਜ਼ਲਟ ਮੈਂ ਤੁਹਾਨੂੰ ਜੇ ਕਹੋ ਤੇ ਹੁਣ ਮੈਂ ਖੇਤ 'ਚ ਹੀ ਖੜਾ, ਤੇ ਉਹ ਮੈਂ ਵੀਡੀਓ ਰਾਹੀਂ ਆਪਣੇ ਕਿਸਾਨ ਵੀਰਾਂ ਨੂੰ ਵਿਖਾਉਣਾ ਚਾਹਣਾ, ਤੇ ਨਾਲ ਦਿਖਾਓ, ਬਹੁਤ ਚੰਗੀ ਗੱਲ। ਹਾਂ ਅਜਾਜਾ ਜੀ ਆਹ ਵੇਖੋ ਜੀ, ਦਿਸ ਰਿਹਾ ਜੀ, ਹਾਂਜੀ, ਇਹ ਕੰਗਣੀ ਹੈ ਜੀ। ਇਹ ਕੀ ਹੈ ਜੀ? ਇਹ ਕੰਗਣੀ ਹੈ, ਕਾਫੀ ਫੋਟ ਕਰ ਚੁੱਕੀ ਹੈ ਜੀ। ਅੱਛਾ ਜੀ, ਵਾਹ। ਤੇ ਰਾਗੀ, ਇਹ ਰਾਗੀ ਹੈ ਜੀ। ਅੱਛਾ ਜੀ, ਇਹ ਰਾਗੀ ਵੈਲਟ ਤਿਆਰ ਕਰੀ ਬੈਠੇ ਹੋ। ਤੇ ਕੋਧਰਾ ਵੀ ਤੁਹਾਨੂੰ ਦਿਖਾਉਣੇ ਆ ਜੀ। ਇਹ ਚੀਜ਼ਾਂ ਵੀ ਅਵਤਾਰ ਸਿੰਘ ਜੀ ਦੀ ਤਕਨੀਕ ਦੇ ਮੁਤਾਬਕ, ਆਏ ਜੀ ਕੋਧਰਾ, ਇਹ ਅਵਤਾਰ ਸਿੰਘ ਦੀ ਤਕਨੀਕ ਦੇ ਮੁਤਾਬਕ ਲਾਈਆਂ ਜਾਣ ਤੇ ਇਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਆ ਸਕਦੇ ਆ ਜੀ। ਹਾਂਜੀ, ਇਹੀ ਦੱਸਣਾ ਚਾਹੁੰਦਾ ਸੀ ਮੈਂ ਤਾਂ। ਅੱਛਾ ਜੀ, ਧੰਨਵਾਦ ਆ ਬੂਟਾ ਸਿੰਘ ਜੀ ਧੀਰਾ ਪੱਤਰਾ ਦਾ। ਮੈਂ ਤੁਹਾਨੂੰ ਦੱਸਦਾ, ਬੂਟਾ ਸਿੰਘ ਜੀ ਜਿਹੜੇ ਆਪਣੇ ਆਰਗੈਨਿਕ ਦੇ ਪੰਜਾਬ ਦੇ ਪ੍ਰਧਾਨ ਨੇ, ਤੇ ਆਪਦੇ ਖੇਤਾਂ ਦੇ ਆਪ ਘਾਟੇ ਝੱਲ ਕੇ ਲੋਕਾਂ ਨੂੰ ਸੇਧ ਦੇਣ ਵਾਸਤੇ ਜਿਹੜੀ ਬਹੁਤ ਵੱਡੀ ਮਿਹਨਤ ਕਰ ਰਹੇ ਆ, ਤੇ ਆਪਣੇ ਖੇਤੇ ਕਿਸਾਨ ਸਤਸੰਗ ਵੀ ਲਾਉਂਦੇ ਰਹਿੰਦੇ ਆ। ਇਸ ਤਰ੍ਹਾਂ ਜਿਹੜੇ ਸਤਸੰਗ ਆ ਕਿਸਾਨ, ਉਹਦੇ ਵਿੱਚ ਅਸੀਂ ਉੱਥੇ ਸਾਡਾ ਵਾਹ ਵਾਸਤਾ ਪਿਆ ਸੀ ਅਵਤਾਰ ਸਿੰਘ ਜੀ ਹੁਣਾਂ ਨਾਲ, ਧੀਰਾ ਪੱਤਰਾ ਹੁਣਾਂ ਨਾਲ, ਤੇ ਉੱਥੇ ਸਾਨੂੰ ਮਿਲੇ, ਤੇ ਅਸੀਂ ਉਸ ਤੋਂ ਬਾਅਦ ਇਹ ਜਿਹੜਾ ਸਾਡਾ ਜਿਹੜਾ ਹੌਸਲਾ ਵਧਿਆ ਕਿ ਸਾਨੂੰ ਇਹਦੇ ਸਾਥ ਦੇਣਾ ਚਾਹੀਦਾ। ਤੇ ਦੂਜਾ ਇਹਨਾਂ ਦੇ ਖੇਤ ਆ ਜਿਹੜਾ ਮੈਂ ਦੱਸਦਾ, ਭਾਰਤ ਦੇ ਜਿਹੜੇ
ਆਪਣੇ ਖੇਤੀਬਾੜੀ ਮੰਤਰੀ ਨੇ ਉਹ ਵੀ ਇਹਨਾਂ ਦੇ ਖੇਤ ਆ ਕੇ ਗਏ ਨੇ, ਬੂਟਾ ਸਿੰਘ ਜੀ ਦੇ ਖੇਤ, ਤੇ ਜਿਹੜਾ ਹੈਗਾ ਇਹ ਵਧੀਆ ਜਾਣੀ ਸੋਹਣੇ ਲੈਵਲ ਤੇ ਇਹਦਾ ਕੰਮ ਆ ਕਰ ਰਹੇ ਆ। ਤੇ ਬਹੁਤ ਆ ਜਿਹੜਾ ਹੈਗਾ WhatsApp ਗਰੁੱਪ ਚੱਲਦੇ ਇਹਨਾਂ ਦੇ ਵਿੱਚ ਜਾਣਕਾਰੀ ਨਾਲ ਦੀ ਨਾਲ ਸਾਰੀ ਉੱਥੇ ਮਿਲਦੀ ਰਹਿੰਦੀ ਆ। ਤੇ ਮੈਂ ਬੇਨਤੀ ਕਰਦਾ ਵੀ ਹੋਰ ਕੋਈ ਵੀਰ ਜੀ ਜਿਨ੍ਹਾਂ ਨੂੰ ਆਪਾਂ ਹੈਂਡ ਰੇਜ, ਗੁਰਮੁਖ ਸਿੰਘ ਜੀ, ਇੱਕ ਮਿੰਟ। ਸਰ ਗੁਰਮੁਖ ਸਿੰਘ ਰੰਗੀਨਪੁਰ, ਬਹੁਤ ਮਿਹਨਤ ਕਰਦੇ ਨੇ ਜੀ ਗੁਰਮੁਖ ਸਿੰਘ। ਆਓ ਸਵਾਗਤ ਹੈ ਜੀ ਗੁਰਮੁਖ ਸਿੰਘ ਜੀ ਤੁਹਾਡਾ ਦਰਬਾਰੇ ਅੱਜ ਦੀ ਇਸ ਜਾਣਕਾਰੀ 'ਚ ਕੁਝ ਹੋਰ ਵਾਧਾ ਜਿਹੜਾ ਤੁਸੀਂ ਕਰਨਾ ਚਾਹੋਗੇ, ਤੇ ਜੇ ਕੋਈ ਤੁਹਾਡੇ ਸ਼ੰਕੇ ਨੇ ਤੇ ਹੋਰ ਅਸੀਂ ਕਿਸ ਤਰੀਕੇ ਨਾਲ ਬਿਹਤਰ ਕਰ ਸਕਦੇ ਹਾਂ। ਹਾਂਜੀ ਵੀਰ ਜੀ, ਦਰਬਾਰ ਖਾਲਸਾ ਦੇ ਇਸ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬੜੀ ਅੱਛੀ ਵਿਚਾਰ ਵੀਰ ਅਵਤਾਰ ਸਿੰਘ ਨੇ ਦਿੱਤੀ ਆ, ਔਰ ਅੱਜ ਇਹਦੀ ਬੜੀ ਜ਼ਿਆਦਾ ਲੋੜ ਆ। ਤੇ ਮੈਂ ਵੀਰ ਅਵਤਾਰ ਸਿੰਘ ਕੋਲੋਂ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਜਿਹੜੀ ਆਪਾਂ ਝੋਨੇ ਦੀ ਜਿਹੜੀ ਖੇਤੀ ਆਪਾਂ ਇਸ ਵਿਧੀ ਰਾਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਚ ਜਿਹੜੀ ਇੱਕ ਜ਼ਹਿਰ ਮੁਕਤ ਨੂੰ ਕਰਨ ਲਈ ਆਪਾਂ ਜਿਹੜੇ ਕੀਟਨਾਸ਼ਕ ਆ ਉਹਨਾਂ ਦੀ ਵਰਤੋਂ ਨਾ ਕਰੀਏ, ਉਹਦਾ ਕੋਈ ਅਗਰ ਇਹਨਾਂ ਨੇ ਟਰਾਇਲ ਕੀਤਾ ਆ ਜਾਂ ਉਹਦੇ ਬਾਰੇ ਕੁਝ ਦੱਸਣਾ ਚਾਹੁੰਦੇ ਆ ਤੇ ਆਪਾਂ ਮੈਂ ਉਹਨਾਂ ਕੋਲ ਜ਼ਰੂਰ ਸੁਣਨਾ ਚਾਹਾਂਗਾ ਜੀ। ਹਾਂਜੀ ਅਵਤਾਰ ਸਰਦਾਰ ਗੁਰਮੁਖ ਸਿੰਘ ਜੀ, ਜਿਹੜਾ ਕੀਰਤਨ ਪ੍ਰਬੰਧ ਹੈ ਨਾ, ਉਹ ਨੇਚਰ ਕਿਸ ਢੰਗ ਨਾਲ ਕਰਦੀ ਹੈ ਆਪਾਂ ਦੇਖਣਾ ਪਊਗਾ। ਹੁਣ ਜੇ ਆਪਾਂ ਨੇਚਰ ਦੇ ਕੁੱਲੀਆਂ ਨੂੰ ਕੰਟਰੋਲ ਕਰਨ ਦਾ ਤੇ ਕੀੜਿਆਂ ਨੂੰ ਕੰਟਰੋਲ ਕਰਨ ਦਾ ਮੈਕੈਨਿਜ਼ਮ ਦੇਖੀਏ, ਉਹ ਵਰਤਾਰਾ ਕੀ ਆ ਤੇ ਇਹ ਕਰਦੀ ਹੈਗੀ ਆ ਅਗਨੀ ਦੇ ਨਾਲ। ਤੇ ਜਿਸ ਤਰ੍ਹਾਂ ਅੱਗੇ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ, ਜੇਠਾਂ ਨੇ ਲੂ ਚਲਾਈ, ਧਰਤੀ ਲੂਹੀ ਅੱਗ ਭਰਾਈ। ਜਿਹੜਾ ਪੰਛੀ ਆਖਿਆ ਉਹਨੂੰ ਜੇਠ ਹਾੜ ਦੇ ਮਹੀਨੇ ਦੇ ਵਿੱਚ ਪਾਣੀ ਨਜ਼ਰ ਨਹੀਂ ਆਉਣਾ ਚਾਹੀਦਾ, ਪਰ ਆਪਾਂ ਕੀ ਕੀਤਾ ਹੁੰਦਾ ਵੀ ਆਪਾਂ ਪਾਣੀ ਕੀਤਾ ਹੁੰਦਾ। ਕਹਿਣ ਦਾ ਮਤਲਬ ਕੀ ਆ ਵੀ ਜਿਹੜੀ ਝੋਨੇ ਦੀ ਬਿਜਾਈ ਆ ਸਾਡੇ ਪੰਜਾਬ ਦੇ ਵਿੱਚ, ਸਾਡੇ ਖਿੱਤੇ ਦੇ ਵਿੱਚ ਕੱਦੂ ਦੇ ਨਾਲ, ਉਹ ਇੱਕ ਮੇਨ ਕਾਰਨ ਆ ਵੀ ਜਿਹੜਾ ਸਾਡੇ ਇਨਸੈਕਟ ਵਾਧੇ ਦਾ, ਇੱਥੇ ਇਨਸੈਕਟ ਵਿੱਚ ਹੀ ਵਾਧਾ ਹੋ ਰਿਹਾ ਤੇ ਨਾਲੇ ਨਾਲ ਜਿਹੜੀ ਆ ਕੁੰਡੀ ਰੋਗ ਆ ਉਹਨਾਂ ਦਾ ਵਾਧਾ ਹੋ ਰਿਹਾ। ਤੇ ਜਦੋਂ ਤੱਕ ਜਿਹੜਾ ਸਾਡਾ ਵਾਤਾਵਰਨ ਜੋ ਕੁਦਰਤ ਦੇ ਅਸੂਲ ਆ ਉਹਨਾਂ ਦੇ ਮੁਤਾਬਕ ਉਹਨੂੰ ਨਹੀਂ ਇੱਥੇ ਸਿਰਜਿਆ ਜਾਂਦਾ, ਕਹਿਣ ਦਾ ਵੀ ਝੋਨਾ ਦੇ ਵਿੱਚ ਜਿਹੜਾ ਕੱਦੂ ਨਹੀਂ ਖਤਮ ਕੀਤਾ ਜਾਂਦਾ, ਉਹਨਾਂ ਦੇ ਜਿਹੜੇ ਕੀਟ ਪ੍ਰਬੰਧ ਆ ਉਹ ਜਿਹੜਾ ਕੁਦਰਤੀ ਤੌਰ ਤੇ ਕਰਨਾ ਕਾਫੀ ਔਖਾ ਹੈ। ਤੇ ਬਾਕੀ ਹੈਗਾ ਜਿੱਦਾਂ ਜਿਹੜੀ ਹੈਗੀ ਆ ਤੇ ਆਪਾਂ ਦਰਖਤ ਵਗੈਰਾ ਆਪਣੇ ਖੇਤਾਂ ਦੇ ਵੱਲ ਤੁਸੀਂ ਸਾਰਾ ਕੁਛ ਕਰ ਹੀ ਰਹੇ ਹੋ, ਹੌਲੀ ਹੌਲੀ ਕੁਦਰਤ ਜਿਹੜੀ ਆ ਉਹ ਆਪਣੇ ਆਪ ਸਾਰੇ ਇਸ ਕੀੜ ਦਾ ਪ੍ਰਬੰਧ ਕਰੇ। ਤੇ ਜਿਹੜਾ ਝੋਨਾ ਮੇਰਾ ਖਿਆਲ ਹੈ ਵੀ ਮੇਨ ਕਾਰਨ ਆ, ਉਹ ਤੋਂ ਨਿਜਾਤ ਪਾਉਣ ਦੀ ਲੋੜ ਆ। ਤੇ ਜਿਹੜੇ ਆਪਣੇ ਇੱਥੇ ਅਸਲੀ ਧੀਆਂ ਪੁੱਤਰ ਨੇ, ਝੋਨੇ ਨੂੰ ਛੱਡ ਕੇ ਜਿਹੜੀ ਜਿੰਨੀ ਵੀ ਇੱਥੇ ਦੀ ਵਿਰਾਸਤ ਆ ਉਹ ਇੱਥੇ ਦੇ ਅਸਲੀ ਧੀਆਂ ਪੁੱਤਰ ਆ, ਉਹਨਾਂ ਦੀ ਕਾਸ਼ਤ ਵੱਲ ਨੂੰ ਆਉਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਬਹੁਤ ਵੱਡਾ ਹਮਲਾ ਮਾਰਿਆ ਤੇ ਤੁਸੀਂ ਜਿਹੜੀ ਹੈਗੀ ਆ ਆਪਣੇ ਮਿਲਟਸ, ਉਹਨਾਂ ਦੀ ਖੇਤੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ। ਉੱਧਰਲੇ ਪਾਸੇ ਨੂੰ ਸਾਰੇ ਆਪਣੇ ਜਿੰਨਾ ਵੀ ਪੰਜਾਬ ਆ ਉਹ ਉੱਧਰਲੇ ਪਾਸੇ ਲਿਜਾਣ ਦੀ ਲੋੜ ਆ, ਕਿਉਂਕਿ ਜਿਹੜੀ ਮਿਲਟਸ ਦੀ ਮੰਗ ਆ ਉਹ ਵੀ ਕਾਫੀ ਵੱਧ ਰਹੀ ਆ। ਤੇ ਆਪਾਂ ਨੂੰ ਜਿਹੜੇ ਇਹਦੇ ਵਿੱਚ ਵਿਰੋਧ ਵੀ ਉੱਠ ਰਹੇ ਆ, ਉਹਨਾਂ ਤੋਂ ਵੀ ਕਿਨਾਰਾ ਕਸ਼ੀ ਕਰਕੇ ਭੇਜੇ। ਕੁਛ ਇੱਕ ਬੰਦਿਆਂ ਨੇ ਇਹ ਵੀ ਕੁਐਸਚਨ ਰੇਜ਼ ਕੀਤਾ ਸੀਗਾ ਵੀ ਦੇਖਿਓ ਕਿਤੇ ਭਾਈ ਲਾਲੋ ਦੇ ਗੋਦਰੇ ਨੂੰ ਮਾਲਕ ਭਾਗੋ ਦੇ ਹੱਥ ਨਾਲ ਫੜਾ ਦਿਓ। ਇਹ ਜਿਹੜੀਆਂ ਗੱਲਾਂ ਆ ਇਹਨਾਂ ਨੂੰ ਆਪਾਂ ਦਰਕਿਨਾਰ ਕਰਕੇ ਆਪਾਂ ਜਿਹੜੇ ਸਾਡੇ ਖਿੱਤੇ ਦੇ ਅਸਲੀ ਧੀਆਂ ਪੁੱਤਰ ਆ, ਜਿੱਦਾਂ ਮਿਲਟ, ਕੰਗਣੀ, ਗੋਦਰਾ ਵਗੈਰਾ ਜੋ ਕੁਛ ਵੀ ਹੈਗਾ ਜਿਹਦਾ, ਉਹਨਾਂ ਦੀ ਬਿਜਾਈ ਵੱਲ ਨੂੰ ਜਾਣ ਦੀ ਜ਼ਰੂਰਤ ਆ। ਜਿਹੜਾ ਝੋਨਾ ਆ ਉਹਨੂੰ ਨਕਾਰਨ ਦੀ ਲੋੜ ਆ, ਤੇ ਫਿਰ ਹੀ ਮੇਰੇ ਖਿਆਲ ਮਸਲੇ ਹੱਲ ਹੋਣਗੇ। ਜੇ ਆਪਾਂ ਕਹੀਏ ਕਿ ਆਪਾਂ ਝੋਨੇ ਦੇ ਰਾਜ ਦੇ ਵਿੱਚ ਆਪਾਂ ਇਹ ਕਹਾਂਗੇ ਕਿ ਆਪਾਂ ਕੀ ਪ੍ਰਬੰਧ ਕਰ ਲਵਾਂਗੇ, ਤਾਂ ਮੈਨੂੰ ਤਾਂ ਲੱਗਦਾ ਵੀ ਔਖਾ ਹੈ। ਹਾਂ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ। ਸਾਨੂੰ ਝੋਨੇ ਤੋਂ ਆਪਣੀ ਖੇਤੀ ਨੂੰ ਮੁਕਤ ਕਰਨਾ ਪਏਗਾ ਔਰ ਮਿਲਟਸ ਵਾਲੇ ਪਾਸੇ ਆਵਾਂਗੇ ਤੇ ਸਾਡੀਆਂ ਸਿਹਤਾਂ, ਸਾਡੀ ਜ਼ਮੀਨ, ਸਾਡਾ ਵਾਤਾਵਰਨ ਸਭ ਸੁਧਰੇਗਾ। ਤੇ ਆਪਾਂ ਇਸ ਯਤਨ 'ਚ ਲੱਗੇ ਹਾਂ ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ, ਵੱਧ ਤੋਂ ਵੱਧ ਕਿਸਾਨਾਂ ਤੱਕ ਬੀਜ ਪਹੁੰਚੇ ਔਰ ਸਮੇਂ ਨਾਲ ਇਹਦੀ ਬਿਜਾਈ ਹੋ ਸਕੇ। ਤੇ ਔਰ ਅੱਜ ਮੈਂ ਵਧਾਈ ਦਿੰਦਾ ਸਾਹਿਬ ਬੂਟਾ ਸਿੰਘ ਜੀ, ਧੀਰਾ ਪੱਤਰਾ ਜੀ ਨੂੰ, ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਖੇਤੀਬਾੜੀ, ਸਾਡੇ ਪੰਜਾਬ ਐਗਰੀਕਲਚਰ PAU ਦੇ ਆਰਗੈਨਿਕ ਕਲੱਬ ਦੇ। ਤੇ ਬੜੀ ਖੁਸ਼ੀ ਹੋਈ ਹੈ ਇਹਨਾਂ ਦੀ ਫਸਲ ਦੇਖ ਕੇ। ਤੇ ਇਹ ਤੇ ਸਾਡੇ ਨਾਲ ਵੀ ਨੰਬਰ ਲੈ ਗਏ ਨੇ। ਤੇ ਚੰਗੀ ਗੱਲ ਹੈ, ਆਪਾਂ ਵੱਖ-ਵੱਖ ਸਮੇਂ ਤੇ ਬਿਜਾਈ ਕਰਕੇ ਵੱਖ-ਵੱਖ ਜਿਹੜਾ ਨਾ ਇਹਦਾ ਟਰਾਇਲ ਕਰਦੇ ਰਹੀਏ ਤੇ ਫੇਰ ਹੀ ਉਹਦਾ ਪਤਾ ਲੱਗੇ ਕਿ ਇਹ ਸਹੀ ਜਿਹੜੀ ਹੈ ਨਾ ਵਿਧੀ ਕੀ ਆ। ਕਿਉਂਕਿ ਅਜੇ ਬਹੁਤ ਸਾਰੀਆਂ ਗੁੰਜਾਇਸ਼ਾਂ ਨੇ, ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਆ।
ਕਿ ਜਿਹੜਾ ਆਪਾਂ ਆਪਣੇ ਇਸ ਮਿਲਟਸ ਦੇ ਉੱਪਰ ਔਰ ਸਾਰੇ ਜਿਹੜਾ ਕਿ ਸਾਨੂੰ ਸਹੀ ਇਹਦਾ ਸਮੇਂ ਦਾ ਪਤਾ ਲੱਗ ਸਕੇ, ਕਿਹੜਾ ਇਹਦਾ ਬਿਜਾਈ ਦਾ ਸਹੀ ਸਮਾਂ ਆ, ਇਹ ਸਭ ਕੁਝ ਆਪਾਂ ਨੂੰ ਹੁਣ ਆਉਂਦੇ ਸਮੇਂ 'ਚ ਟਰਾਇਲ ਕਰਕੇ ਪਤਾ ਲੱਗ ਸਕੇਗਾ। ਤੇ ਹੋਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਜਿੰਨੇ ਵੀ ਕਿਸਾਨ ਵੀਰ ਅੱਜ ਇਸ ਮਾਧਿਅਮ ਤੇ ਜੁੜੇ ਹੋਏ ਨੇ, ਸਾਡੇ ਇਸ ਚੈਨਲ ਤੇ ਜੁੜੇ ਹੋਏ ਨੇ, ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗੇ ਆਪਾਂ ਘੱਟੋ ਘੱਟ ਆਪਣੇ ਘਰ ਜਿਹੜੀ ਅਸੀਂ ਸਬਜ਼ੀਆਂ ਖਾਣੀਆਂ ਨੇ ਉਹਨਾਂ ਦੀ ਜਿਹੜੀ ਆ ਖੇਤੀ ਜਾਂ ਉਹਨਾਂ ਦੀ ਜਿਹੜੀ ਬਗੀਚੀ ਆਪਣੇ ਘਰ ਜ਼ਰੂਰ ਲਾਈਏ ਔਰ ਬਿਲਕੁਲ ਬਾਜ਼ਾਰੋਂ ਸਬਜ਼ੀ ਨਾ ਲਈਏ। ਦੂਜਾ ਜਿਹੜਾ ਸਾਡਾ ਘਰ ਖਾਣ ਵਾਲਾ ਅਨਾਜ ਆ ਘੱਟੋ ਘੱਟ ਉਹਨੂੰ ਅਸੀਂ ਜ਼ਰੂਰ ਜ਼ਹਿਰ ਮੁਕਤ ਕਰ ਲਈਏ, ਕਿਉਂਕਿ ਇਹ ਸਾਡੀ ਇੱਕ ਬੜੀ ਵੱਡੀ ਪ੍ਰਾਪਤੀ ਹੋਏਗੀ। ਨਾਲੇ ਤਾਂ ਸਾਡੇ ਥੋੜੇ ਰਕਬੇ 'ਚ ਕਰਨ ਦੇ ਨਾਲ ਸਾਡੇ ਟਰਾਇਲ ਜਿਹੜੇ ਹੁੰਦੇ ਰਹਿਣਗੇ, ਜਿਹੜੀਆਂ ਸਾਡੀਆਂ ਫੇਲਿਅਰਸ ਆ ਉਹ ਥੋੜੀ ਰਕਬੇ 'ਚ ਹੋਣ ਕਰਕੇ ਜਿਹੜਾ ਵਾ ਨਾ ਸਾਡਾ ਨੁਕਸਾਨ ਘੱਟ ਹੋਏਗਾ। ਤੇ ਮੈਂ ਇੰਨੀ ਕੁ ਬੇਨਤੀ ਕਰਨੀਆਂ ਚਾਹਾਂਗਾ, ਸਾਰੇ ਕਿਸਾਨ ਜੁੜੋ ਔਰ ਜ਼ਹਿਰ ਮੁਕਤ ਕਿਸਾਨ ਜਿਹੜੀ ਖੇਤੀ ਕਰਕੇ ਆਪਣੇ ਪੰਜਾਬ ਨੂੰ ਨਰੋਆ, ਆਪਣੇ ਲੋਕਾਂ ਨੂੰ ਜਿਹੜਾ ਤੰਦਰੁਸਤ ਔਰ ਸਾਡੇ ਵਾਤਾਵਰਨ ਨੂੰ ਤੰਦਰੁਸਤ ਔਰ ਵਧੀਆ ਬਣਾ ਸਕੀਏ। ਤੇ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ। ਹਾਂ, ਹਾਂਜੀ ਕੁਲਦੀਪ ਸਿੰਘ ਜੀ, ਹੋਰ ਸਵਾਲ ਜਿਹੜੇ ਨੇ ਉਹ ਲਿਆ ਜੀ। ਕੁਲਦੀਪ ਸਿੰਘ ਜੀ ਡੀਐਸ ਜੀ, ਅਨਮਿਊਟ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਦੱਸੋ ਜੀ ਤੁਹਾਡਾ ਸਵਾਲ ਕੀ ਹੈ ਜੀ? ਅਸੀਂ ਨਾ ਜੀ ਆਰਗੈਨਿਕ ਖੇਤੀ ਕਰ ਰਹੇ ਹਾਂ ਜੀ, 10 ਸਾਲ ਹੋ ਗਏ ਜੀ। 1 ਕਿੱਲੇ ਦੀ ਕਰਦੇ ਹੁੰਦੇ, ਹਾਂਜੀ 1 ਕਿੱਲੇ ਦੀ ਕਰਦੇ ਹੁੰਦੇ ਆਪਦੇ ਖਾਣ ਲਈ ਜੀ। ਤੇ ਉਹਦੇ ਸਾਨੂੰ ਪ੍ਰੋਬਲਮ ਇਹ ਆਉਂਦੀ, ਅਸੀਂ ਬੀਜਦੇ ਹਾਂ ਝੋਨਾ ਜੀ। ਤੇ ਉਹ ਝੋਨੇ ਦੀ ਨਾ ਤਾਂ ਕੋਈ ਸੇਲ ਵਗੈਰਾ ਹੁੰਦੀ ਆ, ਉਹਦਾ ਝਾੜ ਘਟ ਜਾਂਦਾ ਤਾਂ ਕਰਕੇ ਜੀ। ਤੇ ਅਸੀਂ ਵੀ ਇਹ ਪੁੱਛਣਾ ਚਾਹੁੰਦੇ ਸੀ ਜੇ ਕੋਈ ਕੋਦਰੇ ਵਗੈਰਾ ਦੀ ਜਿਹੜੀ ਬਿਜਾਈ ਆ ਉਹ ਹੁਣ ਹੋ ਸਕਦੀ ਹੈ ਜੀ? ਸਾਡਾ ਵਾਹਣ ਤਿਆਰ ਹੈ ਜੀ। ਬਿਲਕੁਲ ਬਿਲਕੁਲ ਸਮਾਂ ਜੀ ਕੋਦਰੇ ਦੀ ਬਿਜਾਈ ਦਾ। ਮਈ ਦੇ ਪਹਿਲੇ ਹਫਤੇ ਤੁਸੀਂ ਕੋਦਰਾ ਬੀਜ ਸਕਦੇ ਆ। ਬੀਜ ਉਪਲਬਧ ਹੈ। ਇਹ ਕੁਲਦੀਪ ਸਿੰਘ ਹੋਰਾਂ ਨਾਲ ਸੰਪਰਕ ਕਰਕੇ ਤੁਹਾਨੂੰ ਜਿਹੜਾ ਇਹਦਾ ਬੀਜ ਹੈ ਉਹ ਮਿਲ ਸਕਦਾ। ਜੇ ਤੁਸੀਂ ਝੋਨੇ ਦੀ ਬਿਜਾਈ ਵੀ ਕਰਨੀ ਚਾਹੁੰਦੇ ਹੋ ਤੇ ਜਿਹੜੀ ਤਕਨੀਕ ਅੱਜ ਇਹਨਾਂ ਨੇ ਦਿੱਤੀ ਹੈ ਸਰਦਾਰ ਅਵਤਾਰ ਸਿੰਘ ਹੋਰਾਂ ਨੇ, ਉਹ ਤਕਨੀਕ ਵਰਤੀ ਜਾ ਸਕਦੀ ਹੈ। ਪਰ ਉਹਦੇ ਅਧੀਨ ਵੀ ਅਸੀਂ 6 ਕਿੱਲੇ ਬੀਜ ਰਹੇ ਜੀ। ਉਹ ਰੌਣੀ ਕਰਕੇ ਵਾਹਣ ਤਿਆਰ ਕਰਿਆ ਪਿਆ ਜੀ, ਵਾਹ ਕੇ ਲੇਜ਼ਰ ਵਗੈਰਾ ਕਰਵਾਇਆ ਪਿਆ ਜੀ। ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚੋਂ ਉਹਦੇ 'ਚ ਇੱਕ ਪ੍ਰੋਬਲਮ ਹੈ ਜੀ। ਉਹਦੇ 'ਚ ਨਾ ਜਦੋਂ ਅਸੀਂ ਹੁਣ ਵਾਹਣ ਤਿਆਰ ਕਰ ਲਿਆ ਜੀ ਤੇ ਉਹਦੇ ਲੇਜ਼ਰ ਕਰਵਾ ਕੇ ਰੌਣੀ ਕਰਤੀ, ਉਹਦੇ 'ਚ ਨਾ ਕੱਖ ਹਰੇ ਹੋਇਆ ਹੈ ਜੀ, ਥੋੜੇ ਥੋੜੇ ਜਿਵੇਂ ਨਦੀਨ ਜੀ। ਉਹਨਾਂ ਲਈ ਸਾਨੂੰ ਫੇਰ ਦੁਬਾਰੇ ਬਹਾਈ ਕਰਕੇ ਫੇਰ ਲਵਾਉਣਾ ਪੈਣਾ ਸਾਗਾ, ਜਾਂ ਪਹਿਲਾਂ ਐਵੇਂ ਉੱਤੋਂ ਦੀ ਕੋਈ ਸਾਗਾ ਮਾਰ ਦਈਏ ਜੀ? ਹਾਂਜੀ ਅਵਤਾਰ ਸਿੰਘ ਜੀ। ਜੇ ਤਾਂ ਨਦੀਨ ਉੱਗ ਪਿਆ ਫਿਰ ਤਾਂ ਜਿਹੜੇ ਹਲਕੇ ਹਲਕੇ ਤੁਰੀਆਂ ਲਾ ਕੇ ਉਹਨਾਂ ਨੂੰ ਆਪਾਂ ਖਾੜ ਲਈਏ। ਖਾੜਨ ਤੋਂ ਬਾਅਦ ਫਿਰ ਰੌਣੀ ਕਰਕੇ ਫਿਰ ਸਵਾਗਾ ਮਾਰ ਕੇ ਤਾਂ ਫਿਰ ਆਪਾਂ ਬਿਜਾਈ ਕਰੀਏ। ਜ਼ਰੂਰੀ। ਠੀਕ ਹੈ ਜੀ। ਕੁਲਦੀਪ ਸਿੰਘ ਜੀ, ਅਵਤਾਰ ਸਿੰਘ ਜੀ ਦਾ ਨੰਬਰ ਅਸੀਂ ਬੋਲਤਾ ਸੀਗਾ, ਤੁਸੀਂ ਪਰਸਨਲ ਵੀ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਵੀ ਲਿਓ। ਹਾਂਜੀ ਹਾਂਜੀ, ਨੋਟ ਕਰ ਲਿਆ। ਬਾਕੀ ਇਹਨਾਂ ਦੀ ਜਿਹੜੀ ਵਿਧੀ ਆ ਉਹ ਉਸ ਵਿਧੀ ਦੇ ਨਾਲ ਹੀ ਹੈ ਨਾ। ਸੋ ਬੜੀ ਇਹਨਾਂ ਵਾਸਤੇ ਬੜੀ ਵੱਡੀ ਗੱਲ ਹੈ ਕਿ ਜਿਹੜਾ ਇਹ ਗੱਲ ਕਹਿ ਰਹੇ ਨੇ ਕਿ ਝੋਨੇ ਵਾਲੇ ਪਾਸਿਓ ਚੌਲ ਵਾਲੇ ਪਾਸਿਓ ਵਾਪਸ ਮੁੜ ਕੇ, ਇਹ ਅਲਟੀਮੇਟਲੀ ਸਾਨੂੰ ਆਉਣਾ ਤਾਂ ਇਸੇ ਪਾਸੇ ਪੈਣਾ ਕਿ ਚੌਲ ਵਾਲੇ ਪਾਸਿਓ ਵਾਪਸ ਮੁੜ ਕੇ ਸਾਨੂੰ ਬਦਲਵੀ ਫਸਲ ਵਾਲੇ ਪਾਸੇ ਨੂੰ ਆਉਣਾ ਪੈਣਾ। ਤੇ ਇਹ ਬਦਲਵੀ ਫਸਲ ਦੇ ਰੂਪ 'ਚ ਜਿਹੜਾ ਕੋਦਰਾ ਪਰਿਵਾਰ ਹੈ ਇਹ ਪੰਜਾਬ 'ਚ ਵਿਕਸਿਤ ਹੋ ਰਿਹਾ। ਇਹਨੂੰ ਅਸੀਂ ਹੋਰ ਵਿਕਸਿਤ ਕਰੀਏ ਤਾਂ ਕਿ ਸਿਹਤਮੰਦ ਅਨਾਜ, ਜਿਸ ਤਰ੍ਹਾਂ ਅੱਜ ਅਸੀਂ ਫਾਰਮਾਸਿਊਟੀਕਲ ਇੰਡਸਟਰੀਜ਼ ਦੀ ਮੰਡੀ ਦਾ ਮੁੱਖ ਸਰੋਤ ਭਾਰਤ ਜਿਹੜਾ ਬਣ ਰਿਹਾ ਹੈ, ਬੜੀ ਵੱਡੀ ਆਬਾਦੀ ਹੈ, ਕੋਈ 130 ਕਰੋੜ 135 ਕਰੋੜ ਦੀ ਆਬਾਦੀ ਹੈ, ਜਿਹਨੂੰ ਉਹ ਅਣਗੌਲਿਆ ਨਹੀਂ ਕਰਨਾ ਚਾਹੁੰਦੇ, ਜਿਹਦੇ ਬਾਰੇ ਚ ਡਾਕਟਰ ਅਮਰ ਸਿੰਘ ਆਜ਼ਾਦ ਬੜਾ ਪੂਰੀ ਮਿਹਨਤ ਦੇ ਨਾਲ ਤੇ ਬੜੀ ਦਲੇਰੀ ਦੇ ਨਾਲ ਗੱਲ ਕਰਦੇ ਨੇ। ਸੋ ਉਸ ਗੱਲ ਤੋਂ ਬਚਣ ਵਾਸਤੇ, ਉਹਨਾਂ ਦੀ ਮੰਡੀ ਦਾ ਸ਼ਿਕਾਰ ਹੋਣ ਤੋਂ ਬਚਣ ਵਾਸਤੇ ਸਾਨੂੰ ਸਿਹਤਮੰਦ ਖੁਰਾਕ ਜਿਹੜੀ ਹੈ ਉਹ ਜ਼ਰੂਰੀ ਹੈ। ਤੇ ਇਹ ਇਹਨਾਂ ਦਾ ਬੜਾ ਵਧੀਆ ਉਪਰਾਲਾ ਹੈ ਕਿ ਇਹ ਕੋਧਰੇ ਵਾਲੇ ਪਾਸੇ ਨੂੰ ਆ ਰਹੇ ਨੇ। ਧੰਨਵਾਦੀ ਹੈ। ਕੋਧਰੇ ਦਾ ਬੀਜ ਤੇ ਕੋਧਰੇ ਦੀ ਖੇਤੀ ਜਿਹੜੀ ਹੈ, ਇਹਦੇ ਰਿਗਾਰਡਿੰਗ ਤੁਸੀਂ ਕਿਸੇ ਕਿਸਮ ਦੀ ਗੱਲ ਕਰਨੀ ਹੈ, ਡਾਕਟਰ ਅਮਰ ਸਿੰਘ ਆਜ਼ਾਦ ਨਾਲ ਗੱਲ ਕਰ ਸਕਦੇ ਆ, ਸਰਦਾਰ ਗੁਰਮੁਖ ਸਿੰਘ ਹੋਰਾਂ ਨਾਲ ਗੱਲ ਕਰ ਸਕਦੇ ਆ ਕਿ ਕਿਸ ਰੂਪ ਚ ਇਹਦੀ ਬਿਜਾਈ ਕੀਤੀ ਜਾਵੇ। ਗੁਰਮੁਖ ਸਿੰਘ ਜੀ, ਜੇ ਤੁਸੀਂ ਮੇਰੇ ਨਾਲ ਹੋ ਤਾਂ ਆਪਣਾ ਮੋਬਾਈਲ ਨੰਬਰ ਪਲੀਜ਼ ਜ਼ਰੂਰ ਮੈਂ ਦੱਸ ਦਿੰਨਾ ਜੀ। ਹਾਂਜੀ ਹਾਂਜੀ, ਬੋਲਿਓ ਪਲੀਜ਼। 98765 98765 ਜੀ 24292 ਗੁਰਮੁਖ ਸਿੰਘ ਜੀ ਦਾ ਨੰਬਰ ਹੈ। ਜਿਹੜੇ 98292 24292 ਜੀ 24292। ਇੱਕ ਨੰਬਰ ਬੂਟਾ ਸਿੰਘ ਦਾ ਨੋਟ ਕਰ ਲਓ ਜੀ, ਉਹਨਾਂ ਦਾ ਵੀ ਸਾਰੇ ਵੀਰ ਬੂਟਾ ਸਿੰਘ ਧੀਰਾ ਪੱਤਰਾ, ਕਿਉਂਕਿ ਉਹ ਵੀ ਕੋਧਰਾ ਬੀਜ ਚੁੱਕੇ ਨੇ। ਤੇ 94171 48491 ਦੁਬਾਰਾ ਠੀਕ ਹੈ ਜੀ 94171 48491
ਅਵਤਾਰ ਸਿੰਘ ਜੀ, ਉਹਨਾਂ ਦਾ ਵੀ ਨੰਬਰ ਮੈਂ ਦੁਬਾਰਾ ਨੋਟ ਕਰਾ ਦਿਆਂ, ਕੋਈ ਵੀਰ ਕਈ ਵਾਰੀ ਰਹਿ ਗਿਆ ਹੁੰਦਾ। ਰਿਕਾਰਡਿੰਗ ਦੇ ਵਿੱਚ ਆ ਜਾਣਾ ਕੁਲਦੀਪ ਸਿੰਘ ਜੀ। ਹਾਂਜੀ ਠੀਕ ਹੈ ਜੀ, 94 635 71 522। ਹਾਂਜੀ ਤੇ ਕੁਲਦੀਪ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਤੋਂ? ਸੁਖਪਰਾ ਮੋੜ ਜੀ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਤੇ ਬੀਜ ਦਾ ਪ੍ਰਬੰਧ ਹੋ ਜਾਊਗਾ ਜੀ ਤੁਹਾਡਾ, ਗੁਰਮੁਖ ਸਿੰਘ ਨੇ ਫੋਨ ਕਰ ਲਓਗੇ। ਜਿਹੜੇ ਵੀ ਵੀਰ ਹੋਏ ਨੇੜੇ ਉਹ ਤੁਹਾਨੂੰ ਬੀਜ ਦਾ ਪ੍ਰਬੰਧ ਅਸੀਂ ਕਰ ਦਿਆਂਗੇ। ਮੇਰਾ ਨੰਬਰ ਵੀ ਨੋਟ ਕਰ ਲਓ, 97806 32000, ਪ੍ਰਦੀਪ ਸਿੰਘ ਮਧੇਕੇ। ਠੀਕ ਹੈ ਜੀ, ਉਹ ਨੋਟ ਹੈ ਜੀ ਤੁਹਾਡਾ ਨੰਬਰ ਮੇਰੇ ਕੋਲ ਨੋਟ ਹੈ ਜੀ, ਮੈਂ ਤੁਹਾਡੇ ਨਾਲ ਹੀ ਕੰਟੈਕਟ ਕਰੂੰਗਾ ਜੀ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ, ਕੋਈ ਗੱਲ ਨਹੀਂ ਜੀ। ਤੇ ਅਗਲਾ ਸਵਾਲ ਦੇਖਿਓ ਜੀ। ਜਸਪਿੰਦਰ ਜੀ, ਜਸਪਿੰਦਰ ਬੱਧਮਾਨ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਗਰੁੱਪ ਮੈਂਬਰਸ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਸਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਆਪਣਾ ਝੋਨੇ ਤੇ ਕਣਕ ਤੋਂ ਆਪਾਂ ਪਰਾਂ ਹੋਣ ਦੀ ਸੋਚ ਰਹੇ ਹਾਂ, ਬਹੁਤ ਵਧੀਆ ਗੱਲ ਆ। ਤੇ ਇਹਦੇ ਵਿੱਚ ਜਿਹੜੀ ਹੁਣੇ ਗੱਲ ਚੱਲ ਰਹੀ ਸੀ ਕੋਦਰੇ ਦੀ, ਮਿਲਟਸ ਦੀ, ਤੇ ਮਿਲਟਸ ਦੇ ਨਾਲ ਨਾਲ ਅਗਰ ਅਸੀਂ ਇੰਟਰਕ੍ਰੋਪਿੰਗ ਵੀ ਕਰਾਂਗੇ, ਕਿਉਂਕਿ ਹਲਦੀ ਦਾ ਵੀ ਸੀਜ਼ਨ ਹੈਗਾ, ਹਲਦੀ ਵੀ ਇਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਲੱਗ ਸਕਦੀ ਹੈ, ਜੋ ਪੰਜਾਬ 'ਚ ਲੱਗ ਰਹੀ ਹੈ ਜੀ। ਤੇ ਇਹਦੇ ਨਾਲ ਨਾਲ ਇੱਕ ਸੁਝਾਅ ਵੀ ਹੈ ਸਰ, ਮੈਂ ਕੁਐਸਚਨ ਨਹੀਂ ਕਹੂੰਗਾ ਕਿਉਂਕਿ ਇਹ ਸੁਝਾਅ ਦਾ। ਹਾਂਜੀ, ਸੋ ਹਲਦੀ ਦੀ ਪ੍ਰੋਸੈਸਿੰਗ ਵੀ ਫਾਰਮਰ ਖੁਦ ਕਰ ਸਕਦਾ ਆਪਣੇ ਐਂਡ ਤੇ ਵਧੀਆ ਤਰੀਕੇ ਨਾਲ। ਉਹਦੇ ਨਾਲ ਪਿਆਜ਼ ਹੋ ਗਿਆ, ਬੈਂਗਣ ਹੋ ਗਿਆ, ਸਬਜ਼ੀਆਂ ਦੀ ਖੇਤੀ ਨਾਲ ਕਰ ਸਕਦੇ ਆ। ਸੋ ਇੱਕ ਬਹੁਤ ਵਧੀਆ ਸੋਲਿਊਸ਼ਨ ਆ ਕਿ ਜਿਹਦੇ ਚ ਹਲਦੀ, ਸਬਜ਼ੀਆਂ, ਰਾਗੀ ਮਿਲਟਸ ਜਾਂ ਕੋਦਰਾ ਹੋ ਗਿਆ ਹਨਾ, ਤੇ ਉਹਦੇ ਨਾਲ ਆਪਣਾ ਮੇਜ, ਮੱਕਾ ਵੀ ਲੱਗ ਸਕਦਾ। ਸੋ ਇਹੀ ਹੈ ਜੀ, ਬਹੁਤ ਧੰਨਵਾਦ ਜੀ। ਤੇ ਵੀਰ ਜੀ ਇੱਕ ਮਿੰਟ, ਵਿਰਸਾ ਸਿੰਘ ਜੀ ਦੁਬਾਰਾ ਆਏ ਨੇ, ਉਹਨਾਂ ਨੇ ਇੱਕ ਮਿੰਟ। ਹਾਂਜੀ ਵਿਰਸਾ ਸਿੰਘ ਜੀ। ਸਤਿ ਮੈਂ ਬੂਟਾ ਸਿੰਘ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਦੀ ਫਸਲ ਵਿਖਾਈ ਹੈ, ਬਹੁਤ ਵਧੀਆ। ਮੈਂ ਇਹਦੇ ਬਾਰੇ ਸਰਦਾਰ ਗੁਰਮੁਖ ਸਿੰਘ ਨਾਲ ਸਵਾਲ ਮੇਰਾ, ਇਹ ਜਿਹੜੀ ਬਿਜਾਈ ਆ ਇਹਦੀ, ਜਿਵੇਂ ਬੂਟਾ ਸਿੰਘ ਨੇ ਸਿੱਧੀ ਡਾਇਰੈਕਟ ਸਵਾਈ ਕੀਤੀ ਆ ਕੋਦਰੇ ਦੀ, ਅਸੀਂ 28 ਮਾਰਚ ਨੂੰ ਇਹਦੀ ਪਨੀਰੀ ਬੀਜੀ ਹੋਈ ਆ ਤੇ ਲਾਉਣਾ, ਤੇ ਇਹ ਕਿਵੇਂ ਟਾਈਮਿੰਗ ਦਾ ਇਹਦਾ ਸਹੀ ਸਮਾਂ ਕਿਹੜਾ, ਤੇ ਨਾਲੇ ਇਹਦੀ ਲਾਈਨ ਤੋਂ ਲੈਣ ਨਾ ਖਾਲਿਸਤਾਨੀ ਜੀ ਪਤਿੰਦਰਪਾਲ ਸਿੰਘ ਜੀ ਉਹ 1.5 ਫੁੱਟ ਲਾਈਨ ਤੋਂ ਲੈਣਾ, ਤੇ ਸਰਦਾਰ ਗੁਰਮੁਖ ਸਿੰਘ 2 ਫੁੱਟ ਬਾਈ ਫੁੱਟ ਤੇ ਆਉਂਦੇ ਆ। ਤੇ ਕਿਹੜਾ ਮੈਥਡ ਇਹਨਾਂ ਸਾਰਾ ਠੀਕ ਰਹੇਗਾ ਤੇ ਕਿਹੜਾ ਸਮਾਂ ਸਹੀ ਹੈ, ਇਹਦੇ ਬਾਰੇ ਜਾਣਕਾਰੀ ਦਿਓ। ਨਹੀਂ ਤੁਸੀਂ ਸਾਹਿਬ ਵਿਰਸਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬੇਨਤੀ ਆ ਵੀ ਜਿਹੜਾ ਤੁਸੀਂ ਸਵਾਲ ਕੀਤਾ ਹੈ ਨਾ, ਉਹ ਇਦਾਂ ਹੈ ਵੀ ਮੈਂ ਆਪ ਜੀ ਨੂੰ ਪਹਿਲਾਂ ਵੀ ਸਾਰੇ ਵੀਰਾਂ ਨੂੰ ਕਹਿ ਚੁੱਕਾ ਆ ਵੀ ਬਹੁਤ ਸਾਰੀਆਂ ਜਿਹੜੀਆਂ ਨਾ ਉਹ ਜਿਹਦੇ ਚ ਗੁੰਜਾਇਸ਼ਾਂ ਹੈਗੀਆਂ ਨੇ ਟ੍ਰਾਇਲਸ ਦੀਆਂ, ਤੇ ਜਿਹੜਾ ਅਸੀਂ ਵਿੱਥ 2 ਫੁੱਟ ਕਹੀ ਹੋਈ ਆ, ਉਹਦੇ ਪਿੱਛੇ ਕਾਰਨ ਇਹ ਹੈਗਾ ਆ ਕਿ ਜਿਹੜੇ ਭੂਮੀ ਦੇ ਵਿੱਚ ਜਿਹੜੇ ਖੁਰਾਕੀ ਤੱਤ ਨੇ, ਉਹਨਾਂ ਦੀ ਵਰਤੋਂ ਜਿਹੜੀ ਫਸਲ ਆ ਜਾਂ ਜਿਹੜਾ ਸਾਡੀ ਕੋਦਰੇ ਦੀ ਫਸਲ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਸਕੇ, ਔਰ ਆਉਣ ਵਾਲੀਆਂ ਫਸਲਾਂ ਵਾਸਤੇ ਜਿਹੜਾ ਵਾ ਉਹ ਉੱਥੋਂ ਜਿਹੜਾ ਵਾ ਖੋਰਾ ਨਾ ਬਹੁਤਾ ਜ਼ਿਆਦਾ ਲੱਗੇ। ਤੇ ਦੂਜੀ ਗੱਲ ਹੈ ਵੀ ਆਪਾਂ ਜਿੱਦਾਂ ਚਾਹੁੰਦੇ ਆ ਵੀ ਜਿਹੜੀ ਖੇਤੀ ਆ, ਕੁਦਰਤੀ ਖੇਤੀ ਵਿੱਚ ਆਪਾਂ ਜਿਹੜੀਆਂ ਮੁੱਖ, ਜਿੱਦਾਂ ਵੀਰ ਅਵਤਾਰ ਸਿੰਘ ਹੁਣੇ ਗੱਲ ਕੀਤੀ ਆ ਕਿ ਆਪਾਂ ਉਹਨੂੰ ਸਹੀ ਜਿਹੜੀ ਆ ਨਾ ਜਿਹੜੀ ਧੁੱਪ ਦੀ ਰੋਸ਼ਨੀ ਤੇ ਹਵਾ ਔਰ ਜਿਹੜੀ ਆਪਣੇ ਮੋਇਸਚਰ ਜਿਹੜਾ ਆ ਇਹ ਬਰਾਬਰ ਮਿਲ ਸਕੇ, ਤੇ ਉਹ ਧੁੱਪ ਤੇ ਹਵਾ ਦੀ ਜਿਹੜੀ ਮੈਨੇਜਮੈਂਟ ਕਰਨ ਵਾਸਤੇ ਇਹਦੀ ਵਿੱਥ ਜਿਹੜੀ ਵੱਧ ਹੀ ਜਿਹੜੀ ਰੱਖੀ ਹੈ 2 ਫੁੱਟ ਦੀ ਰੱਖੀ ਹੈ, ਉਹਦਾ ਮੇਨ ਕਾਰਨ ਇਹ ਆ। ਤੇ ਬਾਕੀ ਜਿਹੜਾ ਵਾ ਸਾਰੇ ਟ੍ਰਾਇਲ ਕੀਤੇ ਜਾ ਰਹੇ ਨੇ, ਜਿਵੇਂ ਹੁਣ ਸਰਦਾਰ ਬੂਟਾ ਸਿੰਘ ਹੋਣਾ ਨੇ ਵੱਡਾ ਤੇ ਆਪਾਂ ਦੇਖਿਆ ਲਾਇਆ ਹੋਇਆ ਕੋਦਰਾ, ਬਹੁਤ ਚੰਗੀ ਗੱਲ ਹੈ। ਇਹ ਸਾਰੇ ਟ੍ਰਾਇਲ ਜਿਹੜੇ ਅੱਗੇ ਆਉਂਦੇ ਸਮੇਂ 'ਚ ਆਪਾਂ ਫੇਰ ਸਾਂਝੇ ਕਰਦੇ ਰਹਾਂਗੇ ਪਲੇਟਫਾਰਮ ਤੇ। ਤੇ ਜਿਹੜੀ ਬਿਜਾਈ ਦੀ ਗੱਲ ਆ, ਉਹ ਸਹੀ ਸਮਾਂ ਉਹ ਆ ਜਦੋਂ ਸਾਡੀ ਪਕਾਈ ਵੇਲੇ ਮੌਸਮ ਖੁਸ਼ਕ ਹੋਵੇ। ਇਹ ਆਪਾਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਅਸੀਂ ਉਹ ਕੋਦਰੇ ਦੀ ਬਿਜਾਈ ਦੇ ਉਹ ਸਮਾਂ ਜਿਹੜਾ ਵਾ ਨਾ ਨਿਯਤ ਕਰਨਾ ਹੈਗਾ ਆ, ਜਿਹੜਾ ਇਹਦੀ ਪਕਾਈ ਵੇਲੇ, ਪੱਕਣ ਵੇਲੇ ਮੌਸਮ ਖੁਸ਼ਕ ਮਿਲੇ। ਉਹਦਾ ਕਾਰਨ ਕੀ ਆ ਵੀ ਜੇ ਅਗਰ ਫਸਲ ਜਿਹੜੀ ਹੈ ਨਾ ਸਲਾਬੀ ਕੱਟੀ ਜਾਵੇ ਤੇ ਉਹ ਦਾਣਿਆਂ ਅੰਦਰ ਇੱਕ ਵਾਇਰਸ ਆ ਜਾਂਦਾ ਹੈ, ਉਹ ਸਮੱਸਿਆ ਪੈਦਾ ਹੋਣ ਦਾ ਜਿਹੜਾ ਖਤਰਾ ਰਹਿੰਦਾ ਆ। ਤਾਂ ਆਪਾਂ ਇਸ ਕਰਕੇ ਮੌਸਮ ਖੁਸ਼ਕ ਚਾਹੁੰਦੇ ਆ। ਇਸ ਕਰਕੇ ਜਿਹੜਾ ਮਈ ਦਾ ਪਹਿਲਾ ਹਫਤਾ ਔਰ ਇਹ ਤੋਂ 5 ਮਹੀਨੇ ਗਿਣ ਲਓ ਕਟਾਈ ਤੱਕ, 5ਵਾਂ ਮਹੀਨਾ ਜਿਹੜਾ ਵਾ ਉਹ ਸਤੰਬਰ ਲਾਸਟ ਬਣ ਜਾਂਦਾ ਹੈ। ਅਗਰ ਸਤੰਬਰ ਲਾਸਟ, ਅਕਤੂਬਰ ਫਸਟ ਵੀਕ ਜਿਹੜਾ ਨਾ ਸਾਡੇ ਪੰਜਾਬ ਦੇ ਵਿੱਚ ਅਕਸਰ ਮੌਸਮ ਜਿਹੜਾ ਵਾ ਉਹ ਖੁਸ਼ਕ ਹੁੰਦਾ ਹੈ। ਖੁਸ਼ਕ ਦਾ ਭਾਵ ਵੀ ਬਰਸਾਤ ਦਾ ਉਹਨਾਂ ਦਿਨਾਂ 'ਚ ਕੋਈ ਐਸਾ ਨਹੀਂ ਹੁੰਦਾ, ਉਹ ਕੋਈ ਕੁਦਰਤ ਵੱਲੋਂ ਉਹਦਾ ਕੋਈ ਸਾਡੇ ਕੋਲ ਹੱਲ ਨਹੀਂ ਹੈਗਾ।
ਲੇਕਿਨ ਆਮ ਤੌਰ ਤੇ ਜਾਣਿਆ ਜਾਂਦਾ ਕਿ ਜਿਹੜੀ ਮਾਨਸੂਨ ਆ, ਉਹ ਮਾਨਸੂਨ ਹੈ ਉਹ ਖਤਮ ਹੋ ਚੁੱਕੀ ਹੁੰਦੀ ਹੈ, ਤੇ ਅਸੀਂ ਇਸ ਕਰਕੇ ਦਾ ਜਿਹੜਾ ਸਮਾਂ ਵਾ ਉਹ 1 ਮਈ ਤੋਂ ਆਨਵਰਡ ਰੱਖਿਆ ਹੋਇਆ ਵਾ। ਇਹ ਮੁੱਖ ਕਾਰਨ ਹੈ। ਤੇ ਹੋਰ ਅਗਰ ਇਹਨੂੰ ਮੈਂ ਇਹਦਾ ਸੰਖੇਪ ਚ ਜੋ ਉੱਤਰ ਦੇਵਾਂ, ਤੇ ਇਹ ਗੁਰਬਖਸ਼ ਸਿੰਘ ਹੋਰਾਂ ਦਾ ਇਹ ਗੱਲ ਕਹਿਣੀ ਸੀ ਕਿ ਜਦੋਂ ਫਸਲ ਕੋਧਰਾ ਪਰਿਵਾਰ ਦੀ ਬਿਜਾਈ ਕਰਨੀ ਹੈ, ਉਹ ਹਰ ਫਸਲ ਦੀ ਪਕਾਈ ਦਾ ਵੱਖੋ ਵੱਖਰਾ ਸਮਾਂ ਹੈ, ਤੇ ਉਹਦੀ ਪਕਾਈ ਜਿਹੜੀ ਹੈ, ਜਦੋਂ ਉਹਦੀ ਕਟਾਈ ਕਰਨੀ ਹੈ, ਜਦੋਂ ਝਾੜ ਲੈਣਾ, ਉਸ ਸਮੇਂ ਦਾ ਜਿਹੜਾ ਵਾਤਾਵਰਨ ਹੈ ਉਹ ਖੁਸ਼ਕ ਹੋਣਾ ਚਾਹੀਦਾ, ਬਰਸਾਤੀ ਮੌਸਮ ਨਹੀਂ ਹੋਣਾ ਚਾਹੀਦਾ। ਇਸ ਤਰੀਕੇ ਨਾਲ ਹਰ ਫਸਲ ਦਾ ਜਿਹੜਾ ਹੈ, ਜਿਸ ਤਰ੍ਹਾਂ ਕੋਧਰਾ ਉਹ ਮਈ ਦੇ ਵਿੱਚ ਹੈ, ਤੇ ਕੁਝ ਕੁ ਫਸਲਾਂ ਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਪਕਾਈ ਤੇ ਸਮਾਂ ਘੱਟ ਲੈਂਦੀਆਂ ਨੇ। ਇਹਦੇ ਤੇ ਇੱਕ ਆਪਾਂ ਵੱਖਰਾ ਸੈਸ਼ਨ ਜ਼ਰੂਰ ਲਵਾਂਗੇ, ਦੁਬਾਰਾ ਫਿਰ ਇਹਦੇ ਸੈਸ਼ਨ ਲੈ ਲਾਂਗੇ ਜੀ। ਸੋ ਕੁਲਦੀਪ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਡਾਕਟਰ ਚਮਨ ਲਾਲ ਵਸ਼ਿਸ਼ਟ ਜੀ, ਉਹਨਾਂ ਕੋਲੇ ਵੀ ਜਾਵਾਂਗੇ, ਉਹਨਾਂ ਦਾ ਤਜਰਬੇ ਵੀ ਲਵਾਂਗੇ, ਉਹਦਾ ਜਾਣਕਾਰੀ ਲਵਾਂਗੇ। ਸੋ ਇਸ ਤੋਂ ਪਹਿਲਾਂ ਜਿਹੜਾ ਹੁਣ ਤੱਕ ਅਸੀਂ ਗੱਲਬਾਤ ਕੀਤੀ ਹੈ, ਇਹਦੇ ਰਿਗਾਰਡਿੰਗ ਜੋ ਸਵਾਲ ਸੀ ਉਹ ਅਸੀਂ ਲੈ ਰਹੇ ਸੀ, ਹੋਰ ਕੁਝ ਕਿਸਾਨ ਵੀਰਾਂ ਦੇ ਜੇ ਸਵਾਲ ਹੈਗੇ ਨੇ ਤੇ ਉਹ ਜ਼ਰੂਰ ਲਓ, ਤਾਂ ਕਿ ਉਸ ਤੋਂ ਬਾਅਦ ਅਸੀਂ ਡਾਕਟਰ ਚਮਨ ਲਾਲ ਵਸ਼ਿਸ਼ਟ ਜਿਹੜੇ ਕਿ ਡਿਸਟ੍ਰਿਕਟ ਟ੍ਰੇਨਿੰਗ ਆਫਿਸਰ ਖੇਤੀਬਾੜੀ ਡਿਪਾਰਟਮੈਂਟ ਹੁਸ਼ਿਆਰਪੁਰ ਤੋਂ ਰਿਟਾਇਰ ਹੋਏ ਨੇ, ਉਹਨਾਂ ਨੇ ਇਸ ਵਿਸ਼ੇ ਤੇ ਬੜਾ ਲੰਬਾ ਸਮਾਂ ਆਪਣਾ ਕੰਮ ਕੀਤਾ। ਉਹਨਾਂ ਦੇ ਵੀ ਜਿਹੜੇ ਵਿਚਾਰ ਆਪਾਂ ਜਾਣਾਂਗੇ।